सत श्री अकाल। तुसीं लुधियाना टाइम्स देख रहे हो तो मैं अमन सिंह तुहाडा सारिਆਂ ਦਾ स्वागत करदा ਹਾਂ। कैनेडियन प्रधानमंत्री जस्टिन ट्रूडो ਦੇ ਆਏ ਬਿਆਨ ਤੋਂ ਬਾਅਦ ਦੁਨੀਆ ਦੀ ਸਿਆਸਤ ਦੇ ਵਿੱਚ ਇੱਕ ਹਲਚਲ ਜਿਹੜੀ ਹੈ ਉਹ ਪੈਦਾ ਹੋ ਗਈ ਹੈ। ਬਿਆਨ ਦੀ ਗੱਲ ਕਰਾਂਗੇ ਕਿ ਇਸੇ ਸਾਲ 18 ਜੂਨ 2023 ਦੇ ਵਿੱਚ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। सो जस्टिन ट्रूडो ने बयान दिता है कि इस कतल और कतल का संबंध जिहड़ा सीधे तौर पर भारत के नाल जुड़दा है, जिस बयान तो बाद कैनेडा दे विच जिहड़े डिप्लोमैट सन उन्हां नूं देश तो बाहर जाण दी गल आख दित्ती गई है। और जिथे इस बयान की सख्त शब्दां दे विच भारतीय विदेश मंत्रालय वालों निंदा की गई है और कहा गया कि बिल्कुल ये बेबुनियाद है, उस तो बाद ਭਾਰਤ ਵੱਲੋਂ ਵੀ ਕਾਰਵਾਈ ਕਰਦੇ ਹੋਏ 5 ਦਿਨਾਂ ਦਾ ਸਮਾਂ ਦਿੱਤਾ ਜਿਹੜੇ ਕੈਨੇਡੀਅਨ ਡਿਪਲੋਮੈਟ ਨੇ ਉਹਨਾਂ ਨੂੰ ਦੇਸ਼ ਤੋਂ ਜਾਣ ਦੇ ਲਈ। ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਨੇ ਮੇਰੇ ਸਹਿਯੋਗੀ ਰਵਿੰਦਰ ਸਿੰਘ ਬੱਧਨ ਔਰ ਸਾਡੇ ਦਰਮਿਆਨ ਪ੍ਰੋਫੈਸਰ PS ਭੋਗਲ ਮੌਜੂਦ ਨੇ, ਜੋ ਅਕਸਰ ਹੀ ਆਪਣੀ ਸਟੀਕ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਨੇ। ਦੇਸ਼ ਨਹੀਂ ਬਲਕਿ ਦੁਨੀਆ ਦੀ ਸਿਆਸਤ ਦੇ ਉੱਪਰ ਉਹਨਾਂ ਦੀ ਅੱਛੀ ਪਕੜ ਹੈ। ਰਵਿੰਦਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭੋਗਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭੋਗਲ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਕਿ ਇਹ ਜੋ ਵੀ ਵਰਤਾਰਾ ਵਾਪਰ ਰਿਹਾ, ਪਹਿਲਾਂ ਜਸਟਿਨ ਟਰੂਡੋ ਉਹਨਾਂ ਦਾ ਇੱਕ ਬਿਆਨ ਆਉਂਦਾ ਜਿਸ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜੋ ਸਿੱਖ ਆਗੂ ਹਰਦੀਪ ਨਿੱਜਰ ਦਾ ਕਤਲ ਹੋਇਆ ਸੀ ਉਸ ਦਾ ਸੰਬੰਧ ਭਾਰਤ ਦੇ ਨਾਲ ਜੁੜਦਾ ਨਜ਼ਰ ਆ ਰਿਹਾ, ਕਿਉਂਕਿ ਕੈਨੇਡਾ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਪ੍ਰਤੱਖ ਲਿੰਕ ਜਿਹੜਾ ਸਾਹਮਣੇ ਆ ਰਿਹਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਸਾਡੇ ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ 1980 ਔਰ 90 ਦੇ ਦਹਾਕੇ 'ਚ ਪੰਜਾਬ ਦੇ ਵਿੱਚ ਜੋ ਖੂਨ ਦੀਆਂ ਨਦੀਆਂ ਵਹੀਆਂ ਅੱਤਵਾਦ ਚੱਲਿਆ, ਉਸ ਦੌਰਾਨ ਜਿਹਨਾਂ ਨੂੰ ਅਸੀਂ ਕੁਝ ਲੋਕ ਖਾੜਕੂ ਕਹਿੰਦੇ ਆ, ਕੋਈ ਖਾਲਿਸਤਾਨੀ ਅੱਤਵਾਦੀ ਕਹਿੰਦੇ ਜਾਂ ਜੋ ਵੀ ਹੈ, ਬਹੁਤ ਖੇਲ ਖੇਲੇ ਗਏ। ਔਰ ਇੰਡੀਅਨ ਇੰਟੈਲੀਜੈਂਸ ਜਿਹੜੀ ਹੈ, ਇੰਟੈਲੀਜੈਂਸ ਬਿਊਰੋ IB ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੇ ਉਸ ਦੇ ਵਿੱਚ ਖਾਸ ਕਿਸਮ ਦਾ ਰੋਲ ਪਲੇ ਕੀਤਾ। ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਕਹਿ ਰਿਹਾ। ਇੰਟੈਲੀਜੈਂਸ ਬਿਊਰੋ ਦੇ ਇੱਕ ਪੁਰਾਣੇ ਅਫਸਰ ਮਲੋਏ ਕ੍ਰਿਸ਼ਨਾਧਰ ਨੇ 2005 ਵਿੱਚ ਇੱਕ ਕਿਤਾਬ ਲਿਖੀ ਸੀ, ਓਪਨ ਸੀਕ੍ਰੇਟ ਇੰਡੀਆਜ਼ ਇੰਟੈਲੀਜੈਂਸ ਅਨਵੇਲਡ। ਉਹ ਕਿਤਾਬ ਅਵੇਲੇਬਲ ਹੈ 2 ਵੋਲੀਅਮਸ ਦੇ ਵਿੱਚ, ਆਮ ਅਵੇਲੇਬਲ, ਅੱਜ ਵੀ ਅਵੇਲੇਬਲ ਹੈ, ਐਮਾਜ਼ਨ ਤੇ ਅਵੇਲੇਬਲ ਹੈ, ਕੋਈ ਵੀ ਪੜ੍ਹ ਸਕਦਾ। ਮਲੋਏ ਕ੍ਰਿਸ਼ਨਾਧਰ ਨੇ ਉਸ ਕਿਤਾਬ ਦੇ ਵਿੱਚ, ਹਾਲਾਂਕਿ ਉਹ ਕਿਤਾਬ ਇੰਟੈਲੀਜੈਂਸ ਬਿਊਰੋ ਤੋਂ ਸੈਂਸਰ ਹੋ ਕੇ ਨਿਕਲੀ ਸੀ ਕਿਉਂਕਿ ਉਹ ਪੁਰਾਣੇ ਅਫਸਰ ਸੀ। ਰੂਲ ਹੈ ਕਿ ਜਿਹੜਾ ਉਸ ਮਹਿਕਮੇ ਦਾ ਅਫਸਰ ਕੋਈ ਕਿਤਾਬ ਲਿਖੇਗਾ ਪਹਿਲਾਂ ਸੈਂਕਸ਼ਨ ਲਏਗਾ। ਉਹ ਸੈਂਕਸ਼ਨ ਦੇ ਬਾਵਜੂਦ ਉਸ ਕਿਤਾਬ ਦੇ ਵਿੱਚ ਓਪਨਲੀ ਸਾਨੂੰ ਪਤਾ ਲੱਗਦਾ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਜਿਹੜੇ ਜਿਹਨੂੰ ਅਸੀਂ ਕਹਾਂਗੇ ਖਾਲਿਸਤਾਨੀ ਐਲੀਮੈਂਟ ਜਾਂ ਜਿਹੜੇ ਉਸ ਵੇਲੇ ਐਕਟਿਵਿਸਟ ਸੀਗੇ, ਉਹਨਾਂ ਦੇ ਵਿੱਚ ਇਨਰੋਡਸ ਕਰ ਲਈਆਂ ਸੀ, ਉਹਨਾਂ ਨੂੰ ਕਲਟੀਵੇਟ ਕਰ ਲਿਆ ਸੀ, ਉਹਦੇ ਵਿੱਚ ਜਿਹੜੀ ਹੈ ਘੁਸਪੈਠ ਕਰ ਲਈ ਸੀ, ਆਪਣੇ ਸੋਰਸਿਸ ਉਹਦੇ ਵਿੱਚ ਬਣਾ ਲਏ ਸੀ। ਉਹਦੇ ਵਿੱਚ ਇੱਥੋਂ ਤੱਕ ਕਿ ਅਕਾਲ ਤਖਤ ਦੇ ਜਿਹੜੇ ਇੱਕ ਸਾਬਕਾ ਜਿਹੜੇ ਕਾਇਮ ਮੁਕਾਮ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਨਾਮ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿਤਾਬ ਦੇ ਵਿੱਚ, ਵੈਰੀਫਾਈ ਕੀਤਾ ਜਾ ਸਕਦਾ ਉਹਦੇ ਵਿੱਚੋਂ। ਸੋ ਇੰਟੈਲੀਜੈਂਸ ਏਜੰਸੀਜ਼, ਭਾਰਤੀ ਇੰਟੈਲੀਜੈਂਸ ਏਜੰਸੀਜ਼ ਦੀ ਖਾਲਿਸਤਾਨੀ ਐਲੀਮੈਂਟਸ ਦੇ ਨਾਲ ਜਿਹੜੀ ਇੰਟਰੈਕਸ਼ਨ ਹੈ ਉਹ ਕੋਈ ਹੁੰਦੀ ਨਹੀਂ, ਪੁਰਾਣੀ ਹੈ, ਲੁਕਿਆ ਛਿਪਿਆ ਕੁਝ ਨਹੀਂ ਹੈ। ਸੋਰਸਿਸ, ਜਦੋਂ ਵੀ ਇੰਟੈਲੀਜੈਂਸ ਏਜੰਸੀਜ਼ ਆਪਣੇ ਕੋਈ ਸੋਰਸਿਸ ਬਣਾ ਲੈਂਦੀਆਂ ਫਿਰ ਉਹਨੂੰ ਉਹ ਕਲਟੀਵੇਟ ਕਰਦੀਆਂ, ਮੇਨਟੇਨ ਕਰਦੀਆਂ। ਉਹਨਾਂ ਹੀ ਐਲੀਮੈਂਟਸ ਦੇ ਵਿੱਚੋਂ ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਮਾਈਗ੍ਰੇਟ ਕਰ ਗਏ ਔਰ ਉੱਥੇ ਵੀ ਜਿਸ ਤਰੀਕੇ ਨਾਲ ਅਸੀਂ ਗਾਹੇ ਬਗਾਹੇ ਸੁਣਦੇ ਰਹਿੰਦੇ ਆ, ਇੱਕ ਮਿਸਟਰ ਪੰਨੂ ਨੇ ਜਾਂ ਦੂਸਰੇ ਜਿਹੜੇ ਐਲੀਮੈਂਟਸ ਨੇ, ਜਦੋਂ ਅਸੀਂ ਉੱਥੇ, ਮੈਂ ਖੁਦ ਗੱਲ ਕਰਦਾ, ਜਿਹੜੇ ਉੱਥੇ ਸਾਡੇ ਇਮੀਗ੍ਰੈਂਟਸ ਗਏ ਹੋਏ ਨੇ, ਮੇਰੇ ਸਟੂਡੈਂਟਸ, ਮੇਰੇ ਦੋਸਤ, ਕੋਈ ਹੋਰ ਲੋਕ, ਉਹ ਬੜਾ ਹੈਰਾਨੀ ਕਰਦੇ ਆ ਕਿ ਆਮ ਜਿਹੜੇ ਸਾਡੇ ਲੋਕ ਨੇ ਜਿਹੜੇ ਕੰਮ ਕਰਨ ਆਏ ਹੋਏ ਨੇ, ਸੈਟਲ ਹੋਣ ਆਏ ਹੋਏ ਨੇ, ਉਹਨਾਂ ਦੇ ਵਿੱਚ ਕੋਈ ਏਦਾਂ ਦੀ ਰੈਡੀਕਲਾਈਜੇਸ਼ਨ ਆਮ ਦੇਖਣ ਨੂੰ ਨਹੀਂ। ਇਹ ਇੱਕ ਖਾਸ ਕਿਸਮ ਦਾ ਇੱਕ ਸੈਕਸ਼ਨ ਹੈ ਜਿਹੜਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦਾ ਹੈਗਾ। ਜਾਂ ਤਾਂ ਉਹਨਾਂ ਨੂੰ ਕੋਈ ਐਡਵਾਂਟੇਜ, ਉਹਦਾ ਫਾਈਨੈਂਸ਼ੀਅਲ ਐਡਵਾਂਟੇਜ ਮਿਲਦਾ, ਕਿਉਂਕਿ 1990 ਦੇ ਔਰ ਬਾਅਦ ਦੇ ਦਹਾਕਿਆਂ ਵਿੱਚ ਇਹ ਵੀ ਖਬਰਾਂ ਸੁਣਨ ਨੂੰ ਮਿਲੀਆਂ ਸੀ ਕਿ ਉੱਥੇ ਮਤਲਬ ਥਾਊਜ਼ੈਂਡਸ ਆਫ ਪਾਉਂਡ ਡਾਲਰਸ ਦੀਆਂ ਡੋਨੇਸ਼ਨਸ ਇਕੱਠੀਆਂ ਕੀਤੀਆਂ ਗਈਆਂ ਇਹਨਾਂ ਐਲੀਮੈਂਟਸ ਵੱਲੋਂ ਗੁਰਦੁਆਰਿਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਉਹ ਇਮੋਸ਼ਨਲ ਕਰਕੇ। ਬਾਅਦ ਦੇ ਵਿੱਚ ਉਹ ਪੈਸੇ ਕਿੱਥੇ ਗਏ ਕਿੱਥੇ ਨਹੀਂ ਗਏ ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਵੈਸਟਡ ਇੰਟਰਸਟ ਕ੍ਰੀਏਟ ਹੋ ਜਾਂਦੇ, ਅਸੀਂ ਸਾਰੇ ਜਾਣਦੇ ਹਾਂ। ਸੋ ਜੇ ਹੁਣ ਫਾਈਨਲੀ ਜਸਟਿਨ ਟਰੂਡੋ ਨੇ ਇਹ ਗੱਲ ਕਹੀ ਹੈ कि
ਇੰਡੀਅਨ ਏਜੰਸੀਜ਼ ਦਾ ਉਹਦੇ ਪਿੱਛੇ ਕੋਈ ਹੱਥ ਹੈਗਾ ਤਾਂ ਮੈਂ ਸਮਝਦਾ ਬਹੁਤ ਹੀ ਸੀਰੀਅਸਲੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੋਏਗੀ। ਅਸੀਂ ਜਾਣਦੇ ਹਾਂ ਯੂਨਾਈਟਿਡ ਸਟੇਟਸ ਔਰ ਕੈਨੇਡਾ, ਈਵਨ ਯੂਨਾਈਟਿਡ ਸਟੇਟਸ ਬਿਲਕੁਲ ਉਹਨਾਂ ਦਾ ਵੀ ਹਾਂਜੀ ਸਪੋਰਟ ਕੀਤਾ। ਉਹਨਾਂ ਦੀ ਇੰਟੈਲੀਜੈਂਸ ਦੇ ਬਾਰੇ ਤਾਂ ਘੱਟੋ ਘੱਟ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਹੋ ਨਹੀਂ ਸਕਦਾ। ਜਿਸ ਤਰੀਕੇ ਨਾਲ ਉਹਨਾਂ ਦੀ FBI ਔਰ CIA ਜਿਹੜੀ ਇਨਵੈਸਟੀਗੇਟ ਕਰਦੀ ਹੈ। ਸੋ ਮੈਨੂੰ ਲੱਗਦਾ ਕਿ ਇਸ ਵੇਲੇ ਵੀ ਕੋਈ ਉਸ ਚੀਜ਼ ਨੂੰ ਅਸੀਂ ਨਕਾਰ ਨਹੀਂ ਸਕਦੇ। ਔਰ ਜਿਹੜੇ ਇੰਡੀਅਨ ਡਿਪਲੋਮੈਟ ਨੂੰ ਉਹਨਾਂ ਨੇ ਪਰਸੋਨਾ ਨੋਨ ਗ੍ਰੇਟਾ ਕਰਕੇ ਐਕਸਪੈਲ ਕੀਤਾ, ਉਹ ਕੋਈ ਸਧਾਰਨ ਡਿਪਲੋਮੈਟ ਨਹੀਂ, ਉਹ ਸਾਡੀ ਜਿਹੜੀ RNW ਹੈ, ਜਿਹਨੂੰ ਰੌ ਕਹਿੰਦੇ ਉਹਦਾ ਸਟੇਸ਼ਨ ਹੈਡ ਹੈ ਪਵਨ ਕੁਮਾਰ ਰਾਏ। ਪੰਜਾਬ ਦਾ ਉਹ IPS ਕਾਡਰ ਦਾ ਆਫਿਸਰ ਹੈ। 2009 'ਚ ਤਰਨਤਾਰਨ ਦਾ SSP ਰਿਹਾ ਜੀ, ਔਰ ਉਸ ਨੂੰ ਉਹਨਾਂ ਨੇ ਐਕਸਪੈਲ ਕੀਤਾ। ਸੋ ਉਹਨਾਂ ਦੀ ਇਨਵੋਲਵਮੈਂਟ, ਕਿਉਂਕਿ ਰੌ ਦਾ ਤਾਂ ਜਿਹੜਾ ਹੈ ਕਾਊਂਟਰ ਇੰਟੈਲੀਜੈਂਸ ਦਾ ਕੰਮ ਹੀ ਇਹ ਹੈਗਾ। ਸੋ ਉਸ ਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਸੀ ਗਵਰਨਮੈਂਟ ਆਫ ਇੰਡੀਆ। ਪਰ ਗਵਰਨਮੈਂਟ ਆਫ ਇੰਡੀਆ ਦਾ ਮਸਲਾ ਇਹ ਹੈ ਕਿ ਜਿਹੜੀ ਸਾਡੀ ਸੱਤਾਧਾਰੀ ਪਾਰਟੀ ਹੈ ਉਸ ਦਾ ਇੱਕ ਕੇਂਦਰੀ ਥਰਸਟ ਹੈ, ਸੈਂਟਰਲ ਥਰਸਟ ਹੈ ਡਿਵਿਸਿਵ ਪੋਲਿਟਿਕਸ। ਉਹ ਜਿਹੜੀ ਹੈ ਹਿੰਦੂ ਵੋਟ ਨੂੰ ਕੰਸੋਲੀਡੇਟ ਕਰਨ ਜੀ, ਉਹ ਕਿਸੇ ਵੀ ਦੂਸਰੇ ਐਥਨਿਕ ਗਰੁੱਪ ਦੇ ਨਾਲ ਕੋਈ ਵੀ ਕ੍ਰੈਕਸ ਜਿਹੜੇ ਹੈ, ਕੋਈ ਵੀ ਜਿਹੜੇ ਫਿਸ਼ਰਸ ਹੈ ਉਹਨਾਂ ਨੂੰ ਕ੍ਰੀਏਟ ਕਰ ਸਕਦੇ ਹੈ। ਮੁਸਲਮਾਨਾਂ ਨਾਲ ਦਾ ਜਗਦਾ ਹੈ, ਕ੍ਰਿਸਚੀਅਨ ਦੇ ਨਾਲ ਵੀ ਉਹਨਾਂ ਦਾ ਜਿਹੜਾ ਹੈ, ਔਰ ਲੋਡ ਪੈਨ ਦੇ ਉੱਤੇ ਉਹਨਾਂ ਨੇ ਜਿਹੜਾ ਹੈਗਾ ਸਿੱਖਸ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਹੈਗੀ ਛੇੜਖਾਨੀ ਕਰਕੇ ਕੀਤਾ ਗਿਆ। ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋਇਆ। ਸੋ ਇਹ ਸਾਰਾ ਕੁਝ ਜੋ ਹੋ ਰਿਹਾ ਹੈ, ਹਾਲਾਂਕਿ ਮਤਲਬ ਬੜਾ ਮੁਸ਼ਕਿਲ ਹੋ ਜਾਂਦਾ ਇਸ ਨੂੰ ਕਹਿਣਾ। ਮੈਂ ਵੀ ਇਹ ਗੱਲ ਕਹਿ ਰਿਹਾ ਪੁਰਾਣੇ ਤਜਰਬੇ ਦੇ ਜਾਂ ਜੋ ਮੈਂ ਪੜ੍ਹਿਆ ਉਹਦੇ ਬੇਸਿਸ 'ਤੇ, ਲੇਕਿਨ ਉਸ ਬੈਕਗਰਾਊਂਡ ਦੇ ਵਿੱਚ ਇਸ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਕਿ ਜੋ ਉਹ ਕਹਿੰਦੇ ਹੈ ਉਹ ਕੋਈ ਬੇਬੁਨਿਆਦ। ਇਸ ਕਰਕੇ ਉਹਨਾਂ ਦੇ ਜਿਹੜੇ ਇਲਜ਼ਾਮਾਤ ਹੈ ਉਸ ਨੂੰ ਸੀਰੀਅਸਲੀ ਲੈਣਾ ਪਏਗਾ, ਕਿਉਂਕਿ ਉਹਨਾਂ ਦੀ ਇਨਵੈਸਟੀਗੇਸ਼ਨ ਅਸੀਂ ਦੇਖਦੇ ਹਾਂ ਕਨਿਸ਼ਕਾ ਬੰਬ ਕਾਂਡ ਕਿੰਨੀ ਸੀਰੀਅਸ ਇਨਵੈਸਟੀਗੇਟ ਕਰਕੇ ਲਾਸਟ ਦੇ ਤੱਕ ਉਹਨਾਂ ਨੇ ਕਿੰਨੇ ਸਾਲਾਂ ਦੇ ਵਿੱਚ ਜਿਹੜੇ ਕਲਪ੍ਰਿਟ ਸੀਗੇ ਉਹਨਾਂ ਨੇ ਪਾਇਆ ਤੱਕ ਵੀ ਪਹੁੰਚਾਇਆ। ਸੋ ਉਹਨਾਂ ਦੀ ਸੰਜੀਦਗੀ ਦੇ ਤੇ ਮੈਨੂੰ ਕੋਈ ਜਿਹੜਾ ਹੈ ਕਿੰਤੂ ਪ੍ਰੰਤੂ ਨਹੀਂ ਲੱਗਦਾ ਇੱਕ ਐਨਾਲਿਸਟ ਹੋਣ ਦੇ ਨਾਤੇ। ਔਰ G20 ਦੇ ਵਿੱਚ ਜਿਹੜੀ ਬਿਟਰਨੈਸ ਕ੍ਰੀਏਟ ਹੋਈ ਕੈਨੇਡੀਅਨ ਪ੍ਰਾਈਮ ਮਿਨਿਸਟਰ, ਬਿਲਕੁਲ ਉਹਨਾਂ ਨੂੰ ਅਣਦੇਖਾ ਕਹਿ ਸਕਦੇ ਹਾਂ ਕੀਤਾ ਗਿਆ। ਉਸ ਤੋਂ ਪਹਿਲਾਂ ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਇੰਡੀਅਨ ਓਰੀਜਨ ਜੀ, ਉਹ ਇੰਡੀਆ ਆਏ, ਉਹਨਾਂ ਨੂੰ ਵੀ ਜਿਹੜਾ ਹੈ ਪ੍ਰੋਪਰ ਜੋ ਪ੍ਰੋਟੋਕੋਲ ਮਿਲਣਾ ਚਾਹੀਦਾ ਸੀ ਜਾਂ ਜੋ ਇੱਕ ਉਹਨਾਂ ਨੂੰ ਰਿਸੈਪਸ਼ਨ ਮਿਲਣੀ ਚਾਹੀਦੀ ਸੀ। ਸੋ ਮਚ ਹੋ ਕੇ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸ਼ਾਇਦ ਹੱਦ ਹੀ ਕ੍ਰਾਸ ਕਰਤੀ ਸੀ ਕਿ ਮੈਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਸੋ ਇਹ ਸਾਰਾ ਕੁਝ ਇੰਡੀਕੇਟ ਕਰਦਾ ਹੈ ਕਿ ਕੈਨੇਡੀਅਨ ਗਵਰਨਮੈਂਟ ਸ਼ਾਇਦ ਕਾਫੀ ਦੇਰ ਤੋਂ ਇੰਡੀਅਨ ਗਵਰਨਮੈਂਟ ਨੂੰ ਥਰੂ ਡਿਪਲੋਮੈਟਿਕ ਚੈਨਲਸ ਜਾਂ ਗਵਰਨਮੈਂਟ ਟੂ ਗਵਰਨਮੈਂਟ ਇਹ ਗੱਲ ਹੁੰਦੀ ਰਹੀ ਹੋਵੇਗੀ ਕਿ ਇਹਨਾਂ ਦੀ ਐਕਟੀਵਿਟੀਜ਼ਾਂ ਨੂੰ ਰੋਕਿਆ ਜਾਵੇ। ਪਰ ਹੁਣ ਜਦੋਂ ਹੱਦ ਹੋ ਗਈ, 3-4 ਉੱਪਰੋਂ ਥੱਲੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਲੋਕ, ਮੇਜਰ ਦੀ ਡੈਥ ਹੋਈ, ਫਿਰ ਇੱਕ ਬ੍ਰਿਟਨ ਦੇ ਵਿੱਚ ਇਸ ਤਰ੍ਹਾਂ ਹੀ ਅਸੈਸੀਨੇਸ਼ਨ ਹੋਈ ਜੀ, ਪਾਕਿਸਤਾਨ ਦੇ ਵਿੱਚ ਵੀ ਇੱਕ ਮਾਰਿਆ ਗਿਆ। ਤਾਂ ਇੱਕ ਸ਼ੱਕ ਦੀ ਸੂਈ ਬੜੀ ਕਲੀਅਰ ਇੰਡੀਕੇਟ ਕਰਦਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਹੈ ਇੰਡੀਅਨ ਏਜੰਸੀਜ਼ ਦਾ ਰੋਲ ਹੈ। ਔਰ ਫਿਰ ਅਸੀਂ ਜਾਣਦੇ ਹਾਂ ਕਿ ਸਾਡੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਡੋਵਲ, ਉਹ ਬਹੁਤ ਪ੍ਰੋਐਕਟਿਵ ਹੈ ਕਈ ਮਾਮਲਿਆਂ ਦੇ ਵਿੱਚ ਜੀ। ਤਾਂ ਕੋਈ ਅਤਕਥਨੀ ਨਹੀਂ ਹੋਏਗੀ ਜੇ ਸਾਨੂੰ ਬਾਅਦ 'ਚ ਪਤਾ ਲੱਗੇ ਕਿ ਰਾਜਨੀਤਿਕ ਖੇਲ ਵਾਸਤੇ ਇਲੈਕਸ਼ਨ ਜਿੱਤਣ ਲਈ ਜੇ ਪੁਲਵਾਮਾ ਵਰਗਾ ਕਾਂਡ ਕਰਵਾਇਆ ਜਾ ਸਕਦਾ ਤਾਂ ਕੁਝ ਨਹੀਂ ਕਰਵਾਇਆ ਜਾ ਸਕਦਾ। ਤਾਂ ਇਸ ਕਰਕੇ ਅਸੀਂ ਉਹਨੂੰ ਡਿਸਮਿਸ ਨਹੀਂ ਕਰ ਸਕਦੇ ਟਰੂਡੋ ਦੀ ਆਬਜ਼ਰਵੇਸ਼ਨ, ਉਹਨੂੰ ਸੀਰੀਅਸਲੀ ਲੈਣਾ ਪਏਗਾ, ਉਹਨੂੰ ਯਕੀਨ ਨਾਲ ਹੀ ਕਰਨਾ ਪਏਗਾ। ਹਰਵਿੰਦਰ, ਅਗਲਾ ਸਵਾਲ ਮੇਰਾ ਤੁਹਾਡੇ ਤੱਕ ਹੈ ਕਿ ਜਿਸ ਤਰ੍ਹਾਂ ਕੁਝ ਸਮੇਂ ਤੋਂ ਵੇਖਿਆ ਜਾ ਰਿਹਾ ਕਿ ਕੈਨੇਡਾ ਔਰ ਭਾਰਤ ਦੇ ਜਿਹੜੇ ਰਿਸ਼ਤੇ ਨੇ ਖੱਟੇ ਹੋਏ ਨੇ, ਪਰ ਇਸ ਬਿਆਨ ਨੇ ਇਹ ਪਾੜ ਜਿਹੜਾ ਹੋਰ ਵਧਾਇਆ। ਕਿਵੇਂ ਵੇਖਦੇ ਹੋ ਕਿ ਸਿੱਧੇ ਤੌਰ ਤੇ ਕਿਹਨਾਂ ਚੀਜ਼ਾਂ ਤੇ ਅਸਰ ਪੈ ਸਕਦਾ? ਕਿਉਂਕਿ ਪੰਜਾਬੀ ਵੀ ਜਿਹੜੇ ਨੇ ਸਭ ਤੋਂ ਜ਼ਿਆਦਾ ਵਸੇਬਾ ਜੇਕਰ ਪੰਜਾਬ ਤੋਂ ਬਾਅਦ ਪੰਜਾਬੀਆਂ ਦਾ ਕੈਨੇਡਾ ਦੇ ਵਿੱਚ ਮੰਨਿਆ ਜਾਂਦਾ, ਕੈਨੇਡਾ ਨੂੰ ਦੂਸਰਾ ਪੰਜਾਬ ਕਿਹਾ ਜਾਂਦਾ, ਵਪਾਰ ਵੀ ਕੀਤਾ ਜਾਂਦਾ, ਹੋਰ ਵੀ ਕਈ ਤਰੀਕਿਆਂ ਦੇ ਨਾਲ ਸਿੱਧਾ ਸੰਬੰਧ ਹੈ ਭਾਰਤ ਔਰ ਕੈਨੇਡਾ ਦਾ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਇਹਨਾਂ ਬਿਆਨਾਂ ਨੂੰ? ਇੱਥੇ ਦੋ ਚੀਜ਼ਾਂ ਬਹੁਤ ਦੇਖਣ ਵਾਲੀਆਂ ਨੇ, ਕਿਉਂਕਿ ਕੈਨੇਡਾ ਬੇਸਿਕਲੀ ਇੱਕ ਐਸਾ ਦੇਸ਼ ਹੈ ਜਿਹੜਾ ਇਮੀਗ੍ਰੇਸ਼ਨ ਤੇ ਬਹੁਤ ਡਿਪੈਂਡ ਕਰਦਾ ਜੀ। ਕੁਝ ਉਹਨਾਂ ਕੋਲੇ ਆਪਣੇ ਸੋਰਸਿਸ ਬਹੁਤ ਲਿਮਿਟਡ ਸੋਰਸਿਸ ਨੇ, ਤਾਂ ਪਹਿਲਾਂ ਕਿ ਸਵਾਲ ਉੱਥੇ ਸੀ ਕਿ ਇਸ ਨੂੰ ਬਾਅਦ ਇਮੀਗ੍ਰੇਸ਼ਨ ਐਕਸ਼ਨ ਲਿਆ ਜਾ ਸਕਦਾ ਹੈ। ਪਰ ਫਿਲਹਾਲ ਜਿਵੇਂ ਮਾਹਰ ਨੇ ਹੁਣ ਤੱਕ ਅਸੀਂ ਦੇਖਿਆ, ਪੜ੍ਹਿਆ, ਖਬਰਾਂ ਦੇਖੀਆਂ ਨੇ, ਇਸ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਵੀ ਡਿਪਲੋਮੈਸੀ ਵਾਰ ਜਿਹੜੀ ਚੱਲ ਰਹੀ ਹੈ ਉਹ ਇੱਕ ਅਲੱਗ ਰਹੇਗੀ ਤੇ ਇਕਨੋਮੀ ਜਿਹੜੇ ਟਾਈਜ਼ ਨੇ ਉਹਨਾਂ ਦੇ ਉੱਤੇ ਕੋਈ ਜ਼ਿਆਦਾ ਛੇੜਛਾੜ ਨਜ਼ਰ ਨਹੀਂ ਆਏਗੀ ਜੀ। ਹਾਲਾਂਕਿ ਕੈਨੇਡਾ ਨੇ ਅਕਤੂਬਰ ਦੇ ਵਿੱਚ ਜਿਹੜੀ ਇੱਕ ਹੋਣਾ ਸੀਗਾ, ਕਹਿ ਲਈ ਕਿ ਵਪਾਰੀਕਰਨ ਦਾ ਇੱਕ ਮਿਸ਼ਨ ਸੀਗਾ ਇਹਨਾਂ ਦਾ ਜੀ, ਉਸ ਦੇ ਪੋਸਟ ਜ਼ਰੂਰ ਲਗਾਇਆ
ਉਹਨੂੰ ਕੁਝ ਦਿਨ ਪਹਿਲਾਂ ਹੀ ਉਸ ਤੇ ਪੌਜ਼ ਲਗਾ ਦਿੱਤਾ ਗਿਆ ਸੀ, ਬਟ ਉਸਨੂੰ ਖਤਮ ਨਹੀਂ ਕੀਤਾ ਕਿਸੇ ਤਰੀਕੇ ਦੇ ਨਾਲ। ਤਾਂ ਉਸ ਤੋਂ ਇਹ ਵੀ ਸੰਕੇਤ ਮਿਲਦੇ ਨੇ ਕਿ ਜਿਹੜਾ ਵਪਾਰ ਆ ਇਹਨਾਂ ਦਾ ਉਹ ਚੱਲਦਾ ਰਹੇਗਾ, ਉਸ ਤੇ ਕੋਈ ਇੰਨਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ। ਆਪਾਂ ਜਿਹੜੇ ਤਰੀਕੇ ਨਾਲ ਸਿਆਸੀਕਰਨ ਹੈ ਇਸ ਤੇ ਜ਼ਰੂਰ ਨਜ਼ਰ ਰਹੇਗੀ, ਕਿਉਂਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਜਿਹੜੀ ਇੰਡੀਅਨ ਸਿਆਸਤ ਹੈ, ਇਸ ਵੇਲੇ ਭਾਰਤੀ ਸਿਆਸਤ ਆ, ਉਹ ਧਰਮ ਦੇ ਨਾਲ ਬਹੁਤ ਜੁੜੀ ਹੋਈ ਹੈ। ਜੀ ਬਿਲਕੁਲ। ਤਾਂ ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬੀ ਭਾਈਚਾਰਾ ਬਹੁਤ ਹੈ ਤੇ ਇੰਡੀਅਨ ਸਟੂਡੈਂਟਸ ਜੋ ਉੱਥੇ ਐਨਰੋਲਡ ਨੇ, ਜੋ ਇਸ ਵੇਲੇ ਉੱਥੇ ਪੜ੍ਹ ਰਹੇ ਨੇ, ਤਾਂ ਉਹ 3 ਲੱਖ ਤੋਂ ਵੱਧ ਸਟੂਡੈਂਟਸ ਨੇ ਜਿਹੜੇ ਐਨਰੋਲਡ ਨੇ। ਤਾਂ ਜੇ ਅਸੀਂ ਕਹੀਏ ਕਿ ਇਸ ਦਾ ਜਿਹੜਾ ਕੋਈ ਰਿਐਕਸ਼ਨ ਦੇਖਣ ਨੂੰ ਮਿਲੇਗਾ ਇਹਨਾਂ ਚੀਜ਼ਾਂ ਦੇ ਉੱਤੇ, ਇਮੀਗ੍ਰੇਸ਼ਨ ਜਾਂ ਫਿਰ ਵਪਾਰੀਕਰਨ ਦੇ ਲੈ ਕੇ, ਉਸ ਦੇ ਉੱਤੇ ਕੋਈ ਵੱਡਾ ਐਕਸ਼ਨ ਜਾਂ ਰਿਐਕਸ਼ਨ ਦੇਖਣ ਨੂੰ ਨਹੀਂ ਮਿਲ ਸਕਦਾ। ਹਾਂ, ਪਰ ਜਿਸ ਤਰੀਕੇ ਦੇ ਨਾਲ ਕੈਨੇਡਾ ਨੇ ਇੰਡੀਅਨ ਡਿਪਲੋਮੈਟ ਨੂੰ ਬਾਹਰ ਕੱਢਿਆ, ਤਾਂ ਉਸ ਤੋਂ ਬਾਅਦ ਭਾਰਤ ਨੇ ਵੀ ਇੰਡੀਅਨ ਡਿਪਲੋਮੈਟ ਨੂੰ ਬਾਹਰ ਕੱਢਿਆ, ਉਸ ਤੋਂ ਬਾਅਦ ਚਰਚਾ ਛਿੜੀ ਹੋਈ ਹੈ। ਇੱਥੇ ਜਗਮੀਤ ਸਿੰਘ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਤਾਂ ਉਹਨਾਂ ਨੇ ਕਿਹਾ ਕਿ ਬੜੀ ਹੈਰਾਨੀ ਹੋਈ ਹੈ ਜਦੋਂ ਅਚਾਨਕ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜਾਣੀ ਕਿ ਜਸਟਿਨ ਟਰੂਡੋ ਦੂਜੇ ਦੇਸ਼ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ। ਚਾਹੇ ਇੱਕ ਕੋਈ ਹੋਰ ਮੰਤਰੀ ਹੁੰਦਾ, ਕੋਈ ਇਲਜ਼ਾਮ ਲੱਗਦਾ ਤਾਂ ਵੀ ਗੱਲ ਸਮਝ ਆਉਂਦੀ ਸੀ, ਪਰ ਇੱਕ ਸਿੱਧਾ ਪੀਐਮ ਵੱਲੋਂ ਇਲਜ਼ਾਮ ਲੱਗਦੇ ਨੇ ਤਾਂ ਮੁੱਦਾ ਬਹੁਤ ਵੱਡਾ ਬਣ ਜਾਂਦਾ ਹੈ। ਤਾਂ ਹੁਣ ਇਸ ਦੀ ਜੜ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਤੇ ਮੈਂ ਕੁਝ ਪ੍ਰੋਫੈਸਰ ਸਾਹਿਬ ਤੋਂ ਇੱਕ ਸਵਾਲ ਜ਼ਰੂਰ ਹੈ ਕਿ ਇਸ ਦੀਆਂ ਤਾਰਾਂ ਪਿੱਛੇ ਤੱਕ ਜੋ ਜੁੜਦੀਆਂ ਨਜ਼ਰ ਆਉਂਦੀਆਂ ਨੇ, ਜ਼ਰੂਰ ਕਿ 84 ਤੋਂ ਬਾਅਦ ਬਹੁਤ ਕੁਝ ਹੋਇਆ ਹੈ, ਪਰ ਇਸ ਦਾ ਜੋ ਕੈਨੇਡਾ ਦੇ ਵਿੱਚੋਂ ਜਿਹੜੀ ਆਵਾਜ਼ ਉੱਠੀ ਹੈ, ਇਸ ਨੂੰ ਆਪਾਂ ਕਿਵੇਂ ਦੇਖਦੇ ਹਾਂ? ਕਿਉਂਕਿ ਕੈਨੇਡਾ ਦੇ ਵਿੱਚੋਂ ਇੱਕਦਮ ਬਿਆਨ ਦੇਣਾ, ਇੰਡੀਆ ਦੇ ਇੱਕ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ, ਉਸ ਦੇ ਖਿਲਾਫ ਅਜਿਹਾ ਬਿਆਨ ਹੋਣਾ, ਕਹਿ ਸਕਦੇ ਦੱਬਿਆ ਹੋਇਆ ਬਿਆਨ ਹੈ ਜਾਂ ਸੋਚ ਸਮਝ ਕੇ ਬਿਆਨ ਦਿੱਤਾ ਗਿਆ ਹੈ। ਬਿਲਕੁਲ, ਕਿਉਂਕਿ ਅਮਰੀਕਾ ਤੋਂ ਵੀ ਹਮਾਇਤ ਜਿਹੜੀ ਹਾਸਲ ਹੋਈ ਹੈ ਜਸਟਿਨ ਟਰੂਡੋ ਨੂੰ, ਕੈਨੇਡੀਅਨ ਪ੍ਰਧਾਨ ਮੰਤਰੀ ਨੂੰ। ਵਾਈਟ ਹਾਊਸ ਤੋਂ ਵੀ ਆਵਾਜ਼ ਜਿਹੜੀ ਆਈ ਹੈ ਉਹ ਜਸਟਿਨ ਟਰੂਡੋ ਦੇ ਹੱਕ ਦੇ ਵਿੱਚ ਆਈ ਹੈ। ਬਿਲਕੁਲ। ਦੇਖੋ, ਜਦੋਂ ਇਹੋ ਜਿਹੇ ਮਾਮਲੇ ਹੁੰਦੇ ਨੇ ਤਾਂ ਬੜਾ ਲੰਬਾ ਸਮਾਂ ਉਹਨਾਂ ਦੇਸ਼ਾਂ ਦੀ ਇੰਟੈਲੀਜੈਂਸ ਏਜੰਸੀਜ਼ ਨੇ ਇਸ ਨੂੰ ਟਰੈਕ ਕਰਕੇ ਲਗਾਇਆ। ਬਿਲਕੁਲ। ਲੋਕਾਂ ਨੂੰ ਟਰੈਕ ਕੀਤਾ ਹੋਵੇਗਾ, ਉਹਨਾਂ ਦੀ ਕਮਿਊਨੀਕੇਸ਼ਨ ਨੂੰ ਟਰੈਕ ਕੀਤਾ ਹੋਵੇਗਾ, ਉਹਦੇ ਟੈਲੀਫੋਨ ਕਾਲਸ ਤੋਂ ਲੈ ਕੇ ਬਹੁਤ ਸਾਰਾ ਕੁਝ। ਬਸ ਜਸਟਿਨ ਟਰੂਡੋ ਨੇ ਜੇ ਇਹ ਗੱਲ ਕਹੀ ਹੈ ਤਾਂ ਬਿਨਾਂ ਸਬੂਤ ਤੋਂ ਨਹੀਂ ਕਹੀ। ਜਿਸ ਤਰ੍ਹਾਂ ਰਵਿੰਦਰ ਨੇ ਕਿਹਾ ਕਿ ਜੇ ਕੋਈ ਆਫਿਸਰ ਉਹਨਾਂ ਦਾ ਕੋਈ ਇਲਜ਼ਾਮ ਲਗਾਉਂਦਾ ਜਾਂ ਮਿਨਿਸਟਰ ਇਲਜ਼ਾਮ ਲਗਾਉਂਦਾ ਤਾਂ ਸ਼ਾਇਦ ਉਸ ਦੀ ਕੁਝ ਰਿਪਰਕਸ਼ਨਸ ਹੋ ਰਹੀਆਂ ਹੈ, ਬਟ ਜਦੋਂ ਇੱਕ ਪ੍ਰਧਾਨ ਮੰਤਰੀ ਵੱਲੋਂ, ਜਦੋਂ ਇੱਕ ਵਜ਼ੀਰ ਆਜ਼ਮ ਜਿਹੜਾ ਹੈ ਉਹ ਖੁਦ ਕਹਿ ਰਿਹਾ ਔਰ ਕੈਨੇਡਾ ਦੀ ਪਾਰਲੀਮੈਂਟ ਖੜਾ ਹੋ ਕੇ ਕਹਿ ਰਿਹਾ ਹੈ, ਪਾਰਲੀਮੈਂਟ ਨੂੰ ਤੁਸੀਂ ਮਿਸਲੀਡ ਨਹੀਂ ਕਰ ਸਕਦੇ। ਇਹ ਤਾਂ ਸਾਡੀ ਪਾਰਲੀਮੈਂਟ ਜਿਹੜਾ ਇੰਨਾ ਸਤਰ ਗਿਰ ਚੁੱਕਾ, ਉੱਥੇ ਵੀ ਇਸ ਕਿਸਮ ਦੀ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਬਿਲਕੁਲ। ਕੈਨੇਡਾ ਵਰਗੇ ਮੁਲਕ ਵੀ ਤਾਂ ਤੁਸੀਂ ਬਰਦਾਸ਼ਤ ਨਹੀਂ ਛੱਡ ਦਿਓ ਜੀ। ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਖੜੇ ਹੋ ਕੇ ਕਹੀ ਹੈ ਔਰ ਕਾਫੀ ਲੰਬੇ ਸਮੇਂ ਇਹ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੋਏਗੀ ਜੀ, ਡੈਫੀਨੇਟਲੀ, ਕਿਉਂਕਿ ਮੈਨੂੰ ਥੋੜਾ ਬਹੁਤ ਅਹਿਸਾਸ ਹੈ ਕਿ ਇੰਟੈਲੀਜੈਂਸ ਏਜੰਸੀਜ਼ ਕਿਸ ਤਰ੍ਹਾਂ ਕਰਦੀਆਂ। ਸਾਡੇ ਵੀ ਇੱਥੇ ਫੋਨ ਟੈਪਿੰਗ ਹੁੰਦੀ ਹੈ, ਸਾਰਾ ਮੂਵਮੈਂਟਸ ਹੁੰਦੀਆਂ ਹੈ, ਬਹੁਤ ਸਾਰਾ ਉਹ ਸਾਡੇ ਤੋਂ 10 ਕਦਮ ਅੱਗੇ ਹੀ ਨੇ ਨਾ। ਬਿਲਕੁਲ। ਸੋ ਇਹ ਜਿਹੜੀ ਹੈ ਆਲ ਆਫ ਏ ਸਡਨ ਨਹੀਂ ਹੋਈ, ਕਾਫੀ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਹੋਵੇਗਾ, ਕਿਉਂਕਿ ਅਸੀਂ ਦੇਖਦੇ ਹਾਂ ਬੜੀ ਦੇਰ ਤੋਂ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਜਿਹੜੇ ਹੈ ਕੁਝ ਖਾਲਿਸਤਾਨੀ ਐਲੀਮੈਂਟਸ ਐਕਟਿਵ ਰਹੇ ਨੇ ਜੀ। ਤੇ ਉੱਥੋਂ ਦੀ ਜਿਹੜੀ ਕਿਉਂਕਿ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਔਰ ਸਿੱਖ ਉੱਥੇ ਸੈਟਲਡ ਨੇ, ਉੱਥੋਂ ਦੀ ਜਿਹੜੀ ਲੋਕਲ ਸਿਆਸਤ ਉਹਨਾਂ 'ਚ ਉਹਨਾਂ ਦਾ ਰੋਲ ਹੈਗਾ ਜੀ। ਸੋ ਉੱਥੋਂ ਦੀ ਸਰਕਾਰ ਵੀ ਜਿਹੜੀ ਹੈ ਡੈਫੀਨੇਟਲੀ ਉਸ ਚੀਜ਼ ਨੂੰ ਵਾਚ ਕਰ ਰਹੀ ਹੋਊਗੀ ਕਿ ਇਹਨਾਂ ਦੇ ਜਿਹੜੇ ਹੈਗੇ ਸਾਰੇ ਇੰਡੀਅਨ ਗਵਰਨਮੈਂਟ ਦੇ ਵਿੱਚੋਂ ਤਾਂ ਨਹੀਂ ਕੋਈ ਆਇਆ। ਕਿਉਂਕਿ ਸਾਡੀ ਜਿਹੜੀ ਇੰਟੈਲੀਜੈਂਸ ਔਰ ਕਾਊਂਟਰ ਇੰਟੈਲੀਜੈਂਸ ਹੈ, ਜੇ ਅਸੀਂ ਬੜੇ ਸਜਗ ਹਾਂ ਕਿ ਸਾਡੇ ਦੇਸ਼ ਦੇ ਵਿੱਚ ਕੋਈ ਬਾਹਰ ਵਾਲਾ ਬੰਦਾ ਆ ਕੇ ਕੋਈ ਸ਼ਰਾਰਤ ਨਾ ਕਰਾ ਦੇ, ਤਾਂ ਉਹ ਵੀ ਬੜੇ ਇਸ ਮਾਮਲੇ ਦੇ ਵਿੱਚ ਸਜਗ ਹੈਗੇ ਆ। ਤੇ ਇਸ ਕਰਕੇ ਇਹਦੀ ਜਿਹੜੀ ਦੂਸਰੀ ਗੱਲ ਹੈ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੰਡੀਅਨ ਇੰਟੈਲੀਜੈਂਸ ਨੇ ਆਪਣੇ ਸੋਰਸਿਸ ਖਾਲਿਸਤਾਨੀ ਜਿਹੜੇ ਸਪਨਾ ਹੈ ਉਹਨਾਂ ਨੂੰ ਬਹੁਤ ਪੁਰਾਣੇ ਕਲਟੀਵੇਟ ਕੀਤੇ ਹੋਏ ਜੀ। ਉਹ ਜਿਹੜੀ ਮੈਂ ਕਿਤਾਬ ਦਾ ਹਵਾਲਾ ਦੇ ਰਿਹਾ ਉਹ ਸਪਸ਼ਟ ਕਹਿ ਰਹੀ ਹੈ। ਉਸ ਤੋਂ ਬਾਅਦ ਵੀ ਡਾਕੂਮੈਂਟਸ ਆਏ ਨੇ, ਬਹੁਤ ਸਾਰੇ ਲੋਕਾਂ ਨੇ ਅੰਮ੍ਰਿਤਸਰ ਦੀਆਂ ਘਟਨਾਵਾਂ ਦੇ ਆਪਰੇਸ਼ਨ ਬਲੂ ਸਟਾਰ ਦੇ ਬਾਰੇ, ਕੁਝ ਫੌਜੀ ਅਫਸਰਾਂ ਨੇ ਕਈ ਕਿਤਾਬਾਂ ਲਿਖੀਆਂ ਨੇ, ਉਹਨਾਂ ਦੇ ਵਿੱਚ ਵੀ ਇੰਡੀਕੇਸ਼ਨਸ ਹੈਗੀਆਂ ਨੇ। ਉਹੀ ਲੋਕ ਜਿਹੜੇ ਨੇ ਇੱਥੋਂ ਮਾਈਗ੍ਰੇਟ ਕਰਕੇ ਬਾਹਰ ਵੀ ਚਲੇ ਗਏ ਨੇ, ਕਿਉਂਕਿ ਉਹ ਜ਼ਾਹਿਰ ਹੈ ਉਹ ਸੋਰਸਿਸ ਜਿਹੜੇ ਹੈ ਉਹਨਾਂ ਨੂੰ ਯੂਜ਼ ਕਰਨ ਦੀ ਜਿਹੜੀ ਹੈਗੀ ਪੋਸੀਬਿਲਿਟੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਜੀ। ਸੋ ਇਹ ਪੁਰਾਣੇ ਜਿਹੜੇ ਲਿੰਕਸ ਉਹਨਾਂ ਨੂੰ ਵਰਤ ਕੇ ਇਸ ਨੂੰ ਜਿਹੜਾ ਹੈਗਾ ਇਸ ਪੋਲੀਟੀਕਲ ਪਰਪਸ ਦੇ ਲਈ ਚਲਾਇਆ ਵਰਤਨ ਦੀ ਜਿਹੜੀ ਕੁਆਇਦ ਹੈ ਉਹ ਚੱਲ ਰਹੀ। ਸਾਡੇ ਕੋਲ ਜਿਸ ਤਰ੍ਹਾਂ ਮੈਂ ਦੱਸਿਆ ਪਹਿਲਾਂ ਅਸੀਂ ਦੇਖਦੇ ਹਾਂ ਐਗਜ਼ਾਮਪਲਸ ਹੈ ਜੋ ਕੁਝ 2019 ਦੇ ਇਲੈਕਸ਼ਨਸ ਵੇਲੇ ਵਾਪਰਿਆ ਜੀ। ਉਸ ਦੇ ਉੱਤੇ ਉਦੋਂ ਵੀ ਸ਼ਕਤੀ ਸੂਈ ਉੱਠੀ ਸੀ, ਬਾਅਦ ਦੇ ਵਿੱਚ ਉਸ ਰਾਜ ਦੇ ਜਿਹੜੇ ਉਸ ਵੇਲੇ ਦੇ ਰਹੇ ਗਵਰਨਰ ਜੀ ਉਹਨਾਂ ਨੇ ਉਸ ਤੇ ਮੋਹਰ ਲਗਾਤੀ ਕਿ ਹਾਂ ਇਸ ਚੀਜ਼ ਹੋਈ। तो ਸਾਨੂੰ ਜਿਹੜਾ ਹੈਗਾ ਥੋੜੀ ਸ਼ੱਕ ਪੱਕਾ ਹੁੰਦਾ ਹੈ ਕਿ ਡੈਫੀਨੇਟਲੀ ਉਹ ਪੋਲੀਟੀਕਲ ਐਂਡਸ ਵਾਸਤੇ ਇੱਕ ਰੂਲਿੰਗ ਪਾਰਟੀ ਦੇ ਜਿਹੜੇ ਪੋਲੀਟੀਕਲ ਐਂਡਸ ਹੈ ਉਹਨਾਂ ਦੇ ਵਾਸਤੇ
ਉਸ ਚੀਜ਼ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਬਿਲਕੁਲ ਭੋਗਲ ਸਾਹਿਬ, ਗੱਲ ਤੁਸੀਂ ਕੀਤੀ ਕਿ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉਸ ਨੂੰ ਮਿਸਲੀਡ ਨਹੀਂ ਕੀਤਾ ਜਾ ਸਕਦਾ। ਜੇਕਰ ਕਿਸੇ ਅਫਸਰ ਨੇ ਬਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਤੋਂ ਉਹਨੂੰ ਮਨਾ ਵੀ ਕਰ ਸਕਦੇ ਸਨ, ਪਰ ਇੱਕ ਜ਼ਿੰਮੇਦਾਰ ਅਹੁਦੇ ਤੇ ਨੇ ਜਸਟਿਨ ਟਰੂਡੋ, ਉਹਨਾਂ ਵੱਲੋਂ ਬਿਆਨ ਆਇਆ, ਆਵਾਜ਼ ਉਹਨਾਂ ਨੇ ਜਿਹੜੀ ਚੱਕੀ, ਸਿੱਧੇ ਤੌਰ ਤੇ ਇਲਜ਼ਾਮ ਭਾਰਤ ਸਰਕਾਰ ਦੇ ਨਾਲ ਸੰਬੰਧ ਹੋਣ ਤੇ ਲਗਾਇਆ। ਇੱਕ ਆਵਾਜ਼ ਭਾਰਤ ਦੀ ਪਾਰਲੀਮੈਂਟ ਵਿੱਚ ਵੀ ਉੱਠੀ ਸੀ, ਸਿੱਖ ਆਗੂ ਨੇ ਜਿਹੜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ, ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਵਰਲਡ ਵਾਈਡ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਜਿੱਥੇ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਸੀ, ਪਰਮਜੀਤ ਸਿੰਘ ਪੰਜਵੜ ਦੀ ਗੱਲ ਕੀਤੀ ਸੀ ਜਿਨ੍ਹਾਂ ਦਾ ਪਾਕਿਸਤਾਨ ਦੇ ਵਿੱਚ ਅਸੈਸੀਨੇਸ਼ਨ ਹੁੰਦਾ, ਉਸ ਤੋਂ ਬਾਅਦ ਅਵਤਾਰ ਸਿੰਘ ਖੱਡਾ ਯੂਕੇ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਨੇ ਵੀ ਇਹ ਆਵਾਜ਼ ਉਠਾਈ ਸੀ ਪਰ ਉਹਨਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ ਸੀ। ਇਹੀ ਇਲਜ਼ਾਮ ਜਸਟਿਨ ਟਰੂਡੋ ਨੇ ਲਾਏ ਨੇ ਕਿ G20 ਸੰਮੇਲਨ ਦੇ ਵਿੱਚ ਮੈਂ ਪਹੁੰਚਦਾ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਬਾਬਤ ਗੱਲ ਕੀਤੀ ਪਰ ਮੈਨੂੰ ਅਣਸੁਣਿਆ ਕੀਤਾ ਗਿਆ। ਕੀ ਲੱਗਦਾ ਕਿ ਉਹਨਾਂ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਖੜ ਕੇ ਬੋਲਣਾ ਪਿਆ ਔਰ ਸੱਚਾਈ ਜਿਹੜੀ ਹੈ ਸਾਹਮਣੇ ਲਿਆਉਣੀ ਪਈ, ਜਾਂ ਕੋਈ ਦੂਜਾ ਪਹਿਲੂ ਵੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੀ ਲਿਬਰਲ ਪਾਰਟੀ ਹੈ ਉਹ ਪਿਛਲੇ ਕਾਫੀ ਸਮੇਂ ਤੋਂ ਡਾਊਨਫਾਲਸ ਦੇ ਵਿੱਚ ਚੱਲ ਰਹੀ ਹੈ ਔਰ ਉਹ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਲਈ ਕੁਝ ਅਜਿਹਾ ਕਰਨਾ ਚਾਹੁੰਦੇ ਨੇ ਕਿ ਸਿੱਖ ਵੋਟ ਜਿਹੜੀ ਹੈ ਉਹਨਾਂ ਨੂੰ ਮਿਲੇ, ਕਿਉਂਕਿ ਬਹੁਤਾਤ ਦੇ ਵਿੱਚ ਜੇ ਗੱਲ ਕੀਤੀ ਜਾਵੇ ਯੂਕੇ, ਕੈਨੇਡਾ, ਆਸਟ੍ਰੇਲੀਆ, ਇਹਨਾਂ ਦੇਸ਼ਾਂ ਦੇ ਵਿੱਚ ਸਿੱਖ ਆਬਾਦੀ ਬਹੁਤ ਹੈ ਔਰ ਜਿਹੜਾ ਖਾਲਿਸਤਾਨ ਪੱਖੀ ਮੁੱਦਾ ਵਾ ਇਸ ਉੱਪਰ ਵੋਟ ਬਟੋਰੀ ਜਾ ਸਕਦੀ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਸਿਆਸਤਦਾਨ ਚਾਹੇ ਉਹ ਹਿੰਦੁਸਤਾਨ ਦੇ ਹੋਣ ਜੀ, ਚਾਹੇ ਉਹ ਡਿਵੈਲਪਡ ਵਰਲਡ ਦੇ ਹੋਣ, ਉਹ ਹਮੇਸ਼ਾ ਦੇ ਆਰ ਟੈਂਪਟਡ ਟੂ ਯੂਜ਼ ਸਚ ਥਿੰਗਸ। ਬਿਲਕੁਲ ਇਸ ਚੀਜ਼ ਦੇ ਖਿੱਚ ਉਹਨਾਂ ਨੂੰ ਹੋ ਸਕਦੀ ਹੈ ਕਿ ਅਸੀਂ ਕੋਈ ਮੁੱਦਾ ਜਿਹੜਾ ਹੈ ਉਹ ਤਕਲੀਫ ਕਰਨ ਵਾਸਤੇ, ਲੇਕਿਨ ਸਾਡੇ ਔਰ ਉਹਨਾਂ ਦੇ ਵਿੱਚ ਥੋੜਾ ਜਿਹਾ ਫਰਕ ਇਹ ਹੈ ਕਿ ਅਸੀਂ ਬਿਲਕੁਲ ਹੀ ਜਿਹੜਾ ਹੈ ਦੇਸ਼ ਦੇ ਹਿੱਤਾਂ ਨੂੰ ਕੁਰਬਾਨ ਕਰਦੇ ਸਿਆਸਤ ਵਾਸਤੇ, ਉਹ ਲੋਕ ਇਸ ਹੱਦ ਤੱਕ ਨਹੀਂ ਜਾਂਦੇ। ਦੂਸਰੀ ਗੱਲ ਕਿ ਜਿਹੜੀ ਇਹ ਅਸੈਸੀਨੇਸ਼ਨਸ ਹੋਈਆਂ ਨਿੱਜਰ ਦੀ ਔਰ ਦੂਸਰੇ ਲੋਕਾਂ ਦੀ, ਉਸ ਤੋਂ ਬਾਅਦ ਜਿਹੜਾ ਸਿੱਖ ਡਾਇਸਪੋਰਾ ਹੈ ਡਿਫਰੈਂਟ ਕੰਟਰੀਜ਼ ਔਰ ਸਾਡੇ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਇਹ ਗੱਲ ਨੈਚੁਰਲੀ ਚਿੰਤਾ ਦਾ ਕਾਰਨ ਸੀ ਕਿ ਉੱਪਰੋਂ ਤਲੀ ਜਿਹੜੇ ਹੈਗੇ ਆ ਇਹ ਲੋਕ ਜਿਹੜੇ ਇਸ ਤਰ੍ਹਾਂ ਟਾਰਗੇਟਡ ਕੀਤੇ ਜਾ ਰਹੇ ਔਰ ਕੋਈ ਵੀ ਫੜਿਆ ਨਹੀਂ ਗਿਆ, ਕੋਈ ਵੀ ਕਿਤੇ ਕੋਈ ਐਪਰੀਹੈਂਸ਼ਨ ਨਹੀਂ ਹੋਈ, ਕੋਈ ਅਰੈਸਟ ਨਹੀਂ ਹੋਇਆ ਜਿੱਥੋਂ ਪਤਾ ਲੱਗ ਸਕੇ ਕਿ ਹਾਂ ਇਹ ਕੋਈ ਉਹਨਾਂ ਦੀ ਆਪਸੀ ਗੈਂਗਵਾਰ ਸੀ, ਡਿਫਰੈਂਟ ਘਰਿਆਂ ਦੀ, ਜਾਂ ਕੋਈ ਕ੍ਰਾਈਮ ਸੀ ਜਾਂ ਕੀ ਸੀ। ਉਹ ਜਿਸ ਤਰੀਕੇ ਨਾਲ ਉਹ ਸਾਰਾ ਕੁਝ ਕੀਤਾ ਗਿਆ ਉਸ ਤੋਂ ਜ਼ਾਹਿਰ ਹੈ ਕਿ ਚਿੰਤਾ ਸੀ। ਔਰ ਕੈਨੇਡਾ ਦੇ ਵਿੱਚ ਇੱਕ ਸੈਕਸ਼ਨ ਹੈ ਉਹਨਾਂ ਦਾ ਜਿਹੜਾ ਹਮਾਇਤੀ ਹੈ, ਤਾਂ ਉਹਦੇ ਵਿੱਚ ਚਿੰਤਾ ਸੀ ਤੇ ਉਹਨਾਂ ਦਾ ਪ੍ਰੈਸ਼ਰ ਜਿਹੜਾ ਹੈ ਜਸਟਿਨ ਟਰੂਡੋ ਤੇ ਹੋਏ, ਉਹਨਾਂ ਨੇ ਵੀ ਇਲੈਕਸ਼ਨ ਫੇਸ ਕਰਨਾ। ਬਿਲਕੁਲ। ਔਰ ਉਹਨਾਂ ਦੀ ਜਿਹੜੀ ਹੈ ਇਲੈਕਟੋਰਲ ਜਿਹੜੀ ਆਊਟਲੁੱਕ ਹੈ ਇਸ ਵੇਲੇ ਤੱਕ ਕੋਈ ਬਹੁਤੀ ਵਧੀਆ ਨਹੀਂ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਇਦ ਉਹ ਇਲੈਕਸ਼ਨ ਹਾਰ ਜਾਣ, ਤਾਂ ਕੋਈ ਹੈਰਾਨੀ ਨਹੀਂ ਹੋਏਗੀ। ਲੇਕਿਨ ਇਲੈਕਸ਼ਨ ਦੀ ਯੂਜ਼ ਕੀਤਾ ਜਾਵੇ ਜਾਂ ਨਾ ਯੂਜ਼ ਕੀਤਾ ਜਾਵੇ, ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਸ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਵਜ਼ਨ ਹੈ, ਕਿਉਂਕਿ ਕੋਈ ਪ੍ਰਾਈਮ ਮਿਨਿਸਟਰ ਘੱਟੋ ਘੱਟ ਕਿਸੇ ਵਰਲਡ ਕੰਟਰੀ ਦਾ ਉਹ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਐਡੀ ਵੱਡੀ ਗੱਲ ਨਹੀਂ ਕਹਿ ਸਕਦਾ ਜਿਹੜੀ ਔਨ ਰਿਕਾਰਡ ਚਲੀ ਜਾਵੇ, ਜਿਸ ਨੂੰ ਸਬੂਤ ਦਿੱਤਾ ਜਾ ਸਕੇ। ਬਲਕਿ ਗਵਰਨਮੈਂਟ ਆਫ ਇੰਡੀਆ ਨੂੰ ਹੁਣ ਜੇ ਗਵਰਨਮੈਂਟ ਆਫ ਇੰਡੀਆ ਸੰਸਿਧ ਹੋਵੇ, ਪ੍ਰਾਈਮ ਮਿਨਿਸਟਰ ਸਾਡੇ ਦੂਸਰੇ ਜਿਹੜੇ ਉਹ ਕੈਨੇਡੀਅਨ ਗਵਰਨਮੈਂਟ ਨੂੰ ਕਹਿਣ ਕਿ ਸਾਨੂੰ ਤੁਸੀਂ ਜਿਹੜਾ ਹੈਗਾ ਸਾਨੂੰ ਸਬੂਤ ਦਿਓ, ਬਿਲਕੁਲ ਉਸ ਦਾ ਡੋਸੀਅਰ ਸਾਨੂੰ ਦਿਓ। ਜਿਸ ਤਰ੍ਹਾਂ ਤੁਹਾਨੂੰ ਯਾਦ ਹੈ ਜਦੋਂ ਅਸੀਂ ਪਾਕਿਸਤਾਨ ਦੇ ਐਲੀਗੇਸ਼ਨ ਸਾਡਾ ਦੇਸ਼ ਬਣਾਉਂਦਾ ਹੈ ਕਿ ਜੀ ISI ਇੱਥੇ ਕਰਵਾਉਂਦੀ ਹੈ, ਤੇ ਕਈ ਵਾਰੀ ਅਸੀਂ ਡੋਸੀਅਰ ਉਹਨਾਂ ਨੂੰ ਬਣਾ ਕੇ ਦਿੰਦੇ ਰਹੇ ਹਾਂ ਪਿੱਛੇ ਕਿ ਆਹ ਸਾਡੇ ਕੋਲ ਐਲੀਮੈਂਟਸ ਆਹ ਸਬੂਤ ਹੈ। ਸੋ ਕੈਨੇਡੀਅਨ ਗਵਰਨਮੈਂਟ ਤੋਂ ਜਿਹੜਾ ਸਾਰੇ ਸਬੂਤ ਮੰਗੇ ਜਾ ਸਕਦੇ ਆ ਔਰ ਉਸਦੀ ਤਹਿ ਤੱਕ ਪਹੁੰਚਿਆ ਜਾ ਸਕਦਾ। ਲੇਕਿਨ ਜੇ ਇਹ ਕਿਹਾ ਜਾਵੇ ਕਿ ਉਸ ਨੂੰ ਆਰਾਮ ਨਾਲ ਚੁੱਪ ਕੀਤੇ ਰਾਜਨੀਤੀ ਤੋਂ ਵਰਤਣ ਜਿਸ ਤਰ੍ਹਾਂ ਪੁਰਾਣੇ ਮੁੱਦੇ ਜਿਹੜੇ ਹੈਗੇ ਉਹ ਜਿਹਨੂੰ ਅਸੀਂ ਕਹਿੰਦੇ ਸਵੈਪ ਕਰਨ ਦਾ ਕਾਰਨ, ਉਹ ਇਸ ਮਾਮਲੇ 'ਚ ਨਹੀਂ ਹੋ ਸਕਿਆ ਕਿਉਂਕਿ ਇਹ ਇੱਕ ਮੁੱਦਾ ਕਾਫੀ ਦੇਰ ਤੱਕ ਬਣਿਆ ਹੈ। ਰਵਿੰਦਰ, ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਜਵਾਬ ਲੈਣਾ ਚਾਹਾਂਗਾ ਕਿ ਜਿਸ ਤਰ੍ਹਾਂ ਵੇਖਿਆ ਜਾਂਦਾ ਕਿ ਜਸਟਿਨ ਟਰੂਡੋ ਉਹ ਇੱਕ ਦੇਸ਼ ਦੀ ਨੁਮਾਇੰਦਗੀ ਕਰ ਰਹੇ ਨੇ, ਪ੍ਰਧਾਨ ਮੰਤਰੀ ਨੇ ਕੈਨੇਡਾ ਦੇ, ਉਹਨਾਂ ਨੇ ਵੱਧ ਚੜ ਕੇ ਇਹ ਗੱਲ ਜਿਹੜੀ ਹੈ ਸਾਹਮਣੇ ਕਹੀ, ਜੋ ਵੀ ਬਿਆਨ ਉਹਨਾਂ ਨੇ ਦਿੱਤਾ। ਉਸ ਤੋਂ ਬਾਅਦ ਵਿਦੇਸ਼ ਮੰਤਰਾਲਾ ਜਿਹੜਾ ਹਰਕਤ ਦੇ ਵਿੱਚ ਆਉਂਦਾ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਵਾਬ ਦੇ ਦਿੱਤਾ, ਕਾਰਵਾਈ ਵੀ ਕਰ ਦਿੱਤੀ, ਪਰ ਨਰਿੰਦਰ ਮੋਦੀ ਦਾ ਕੋਈ ਬਿਆਨ ਨਹੀਂ ਆਇਆ। ਔਰ ਪਿਛਲੇ ਕਾਫੀ ਸਮੇਂ ਤੋਂ ਵੇਖਿਆ ਜਾ ਰਿਹਾ ਕਿ ਜਦੋਂ ਇਦਾਂ ਦੀਆਂ ਕੰਟਰੋਵਰਸੀਜ਼ ਹੁੰਦੀਆਂ ਨੇ ਤਾਂ ਨਰਿੰਦਰ ਮੋਦੀ ਦੀ ਜਿਹੜੀ ਚੁੱਪੀ ਹੈ ਉਹ ਕਿਤੇ ਨਾ ਕਿਤੇ ਖਤਰਨਾਕ ਸਾਬਤ ਹੁੰਦੀ ਹੈ, ਚਾਹੇ ਇੰਟਰਨਲ ਮਾਮਲਿਆਂ ਦੀ ਗੱਲ ਹੋਵੇ, ਮਣੀਪੁਰ ਦੇ ਜੋ ਕੁਝ ਵੀ ਹੋਇਆ। ਉਸ ਤੋਂ ਬਾਅਦ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਸਿੱਖ ਔਰ ਹਿੰਦੂ ਜਿਹੜੇ ਨੇ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਸੀ, ਉੱਥੇ ਵੀ ਖਾਲਿਸਤਾਨ ਪੱਖੀ ਨਾਰੇ ਲੱਗੇ ਸਨ, ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲੱਗੇ ਸਨ, ਉਦੋਂ ਵੀ ਕੋਈ ਨਰਿੰਦਰ ਮੋਦੀ ਦਾ ਬਿਆਨ ਨਹੀਂ ਆਉਂਦਾ। ਪਰ ਜਦੋਂ ਗੱਲ ਪਾਕਿਸਤਾਨ ਦੇ ਨਾਲ ਲੜਾਈ ਦੀ ਆਉਂਦੀ ਹੈ, ਪਾਕਿਸਤਾਨ ਦੇ ਉੱਪਰ ਹਮਲੇ ਦੀ ਆਉਂਦੀ ਹੈ, ਤਾਂ ਨਰਿੰਦਰ ਮੋਦੀ 56 ਇੰਚ ਦੀ ਛਾਤੀ ਦੀ ਗੱਲ ਕਰਦੇ ਨੇ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਉਹਨਾਂ ਦੀ ਜਿਹੜੀ ਚੁੱਪੀ ਹੈ ਉਸ ਦੇ ਪਿੱਛੇ ਵੀ ਸਿਆਸਤ ਹੈ? ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਵੇਖਣਾ ਬਹੁਤ ਵੱਡਾ ਸਵਾਲ ਬਣੀ ਹੋਈ ਹੈ।
ਕਿਉਂਕਿ ਕੈਨੇਡਾ ਦੀ ਗੱਲ ਬਾਅਦ ਚ ਕਰਦੇ ਹਾਂ, ਆਸਟ੍ਰੇਲੀਆ ਦੀ ਗੱਲ ਤੁਸੀਂ ਕੀਤੀ ਹੈ। ਮੰਦਰ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਸੀ, ਤਾਂ ਉਸ ਦੀ ਵੀ ਜਾਂਚ ਹੋਈ ਹੈ। ਤੋਂ ਇੰਡੀਆ ਤੋਂ ਬਹੁਤ ਆਵਾਜ਼ ਚੁੱਕੀ ਗਈ ਹੈ ਕਿ ਵੀ ਤੁਸੀਂ ਜੋ ਸਿੱਖ ਨੇ ਉੱਥੋਂ ਦੇ ਸੈਪਰੇਟਿਸਟ ਦੇ ਉਹ ਕੋਸ਼ਿਸ਼ ਕਰ ਰਹੇ ਹਿੰਦੂਆਂ ਨੂੰ ਡਰਾਉਣ ਦੀ, ਬਟ ਉੱਥੋਂ ਦੀ ਜਿਹੜੀ ਆਪਣੀ ਸਰਕਾਰ ਹੈ ਉਹਨਾਂ ਨੇ ਆਪਣਾ ਵਰਕਆਊਟ ਕੀਤਾ, ਉੱਥੋਂ ਦੀ ਜਾਂਚ ਏਜੰਸੀਆਂ ਨੇ ਵਰਕਆਊਟ ਕੀਤਾ। ਤਾਂ ਉਸ ਤੋਂ ਬਾਅਦ ਇੱਕ ਬਿਆਨ ਉਹਨਾਂ ਨੇ ਕੀਤਾ ਹੈ ਕਿ ਵੀ ਜਦੋਂ ਇਹ ਸਭ ਕੁਝ ਲਿਖਿਆ ਗਿਆ ਤਾਂ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਦੁਬਾਰਾ ਜੋ ਮੰਦਰ ਦੇ ਪੱਖ ਦੇ ਲੋਕ ਨੇ ਜਾਂ ਹਿੰਦੂ ਧਰਮ ਦੇ ਪੱਖ ਦੇ ਲੋਕ ਨੇ ਉਹਨਾਂ ਵੱਲ ਸੂਈ ਘੁੰਮੀ ਹੋਈ ਹੈ। ਉਹਨਾਂ ਦਾ ਕਹਿਣਾ ਕਿ ਇਸ ਸਾਰੀ ਲਿਖਤ ਦੇ ਵਿੱਚ ਸਿੱਖਾਂ ਦਾ ਹੱਥ ਕਿਤੇ ਵੀ ਨਜ਼ਰ ਨਹੀਂ ਆਉਂਦਾ। ਬਕਾਇਦਾ ਜਦੋਂ ਮੰਦਰ ਦੇ ਕੈਮਰੇ ਨੇ ਉਸ ਵੇਲੇ ਬੰਦ ਸੀ, ਤਾਂ ਇਹ ਵੀ ਵੱਡਾ ਸਵਾਲ ਹੈ ਕਿ ਇੱਕ ਡਿਵੈਲਪ ਕੰਟਰੀ ਆ, ਨਾ ਤਾਂ ਉੱਥੇ ਅਸੀਂ ਕਹੀਏ ਕਿ ਵੀ ਪਾਵਰ ਕੱਟ ਚਲਾ ਹੋ ਗਿਆ ਜਾਂ ਜੀ ਬਿਲਕੁਲ ਕਈ ਰੀਜ਼ਨ ਅਸੀਂ ਇੰਡੀਆ 'ਚ ਦੇ ਸਕਦੇ ਹਾਂ, ਬਟ ਅਜਿਹੀਆਂ ਕੰਟਰੀਆਂ 'ਚ ਨਹੀਂ ਦਿੱਤਾ ਜਾਂਦਾ। ਤਾਂ ਉੱਥੇ ਵੀ ਇਹ ਸਵਾਲ ਬਣ ਜਾਂਦਾ ਕਿ ਵੀ ਉਸ ਦੌਰਾਨ ਭਾਰਤ ਦਾ ਜੋ ਪ੍ਰਾਈਮ ਮਿਨਿਸਟਰ ਨੇ ਉਹ ਜਾਂ ਫਿਰ ਐਕਸਟਰਨਲ ਅਫੇਅਰ ਮਿਨਿਸਟਰ ਉਹਨਾਂ ਦਾ ਬਿਆਨ ਕਿਉਂ ਨਹੀਂ ਆਉਂਦਾ। ਤਾਂ ਹੁਣ ਗੱਲ ਕੈਨੇਡਾ ਦੀ ਆ, ਤਾਂ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਕਿ ਦੁਬਾਰਾ ਤੋਂ ਹਿੰਦੂ ਸਿੱਖ ਭਾਈਚਾਰਾ ਜਾਂ ਮੁਸਲਮਾਨਾਂ ਵਿੱਚ ਲੜਾਈ ਕਰਵਾਈ ਜਾਵੇ, ਕਿਉਂਕਿ ਅਕਸਰ ਦੇਖਣ ਨੂੰ ਹੁੰਦਾ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਹੈ ਤਾਂ ਭਾਰਤ ਦੇ ਵਿੱਚ ਇੱਕ ਜੋ ਹੁੰਦਾ ਹੈ ਸਿਆਸਤ ਜਿਹੜੀ ਹੈ ਬਿਲਕੁਲ ਜੀ, ਤਾਂ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕ ਸਮਝਦਾਰ ਨਿਕਲੇ, ਉਹਨਾਂ ਨੇ ਕਾਫੀ ਹੱਦ ਤੱਕ ਰੋਕ ਲਿਆ ਇਸ ਨੂੰ। ਤਾਂ ਹੁਣ ਪੰਜਾਬ ਦੇ ਨਾਲ ਕੈਨੇਡਾ ਬੜਾ ਸਿੱਧਾ ਲਿੰਕ ਜੋੜਦਾ ਹੈ, ਕਿਉਂਕਿ ਪੰਜਾਬੀ ਹੀ ਵਪਾਰ ਵਿੱਚ ਕੈਨੇਡਾ ਵਿੱਚ ਗਏ ਹੋਏ ਨੇ। ਤਾਂ ਕੋਸ਼ਿਸ਼ ਕੀਤੀ ਗਈ ਹੈ ਕਿ ਵੀ ਅਸੀਂ ਜੇ ਪੰਜਾਬ ਨਹੀਂ ਭੜਕਿਆ ਤਾਂ ਬਾਹਰੋਂ ਕਿਤੋਂ ਆ ਕੇ ਭੜਕਾਈਏ, ਤਾਂ ਉਹਦਾ ਅਸਰ ਦੇਖਣ ਨੂੰ ਮਿਲੋ। ਕੋਈ ਨਾ ਵੱਡਾ ਐਕਸ਼ਨ ਲੈਣਗੇ, ਉਦੋਂ ਸਿੱਖ ਉੱਠਣਗੇ, ਉਹ ਵੱਡਾ ਐਕਸ਼ਨ ਲੈਣਗੇ ਤਾਂ ਅਸੀਂ ਅਗਲੀ ਕਾਰਵਾਈ ਕਰ ਸਕਦੇ ਹਾਂ। ਤਾਂ ਜਿਸ ਤਰੀਕੇ ਨਾਲ ਪਹਿਲਾਂ ਸਿੱਧਾ ਨਾਮ ਚੱਲਦਾ ਹੁੰਦਾ ਸੀ, ਇੰਡੀਆ ਤੇ ਪਾਕਿਸਤਾਨ ਦਾ ਨਾਮ ਚੱਲਦਾ ਸੀਗਾ, ਲੜਾਈਆਂ ਦੇ ਇੱਕ ਦੂਜੇ ਦੇ ਇਲਜ਼ਾਮ ਲਗਾਉਂਦੇ ਰਹਿਣਾ। ਤਾਂ ਉਸ ਤੋਂ ਬਾਅਦ ਅਚਾਨਕ ਕੈਨੇਡਾ ਵਰਗਾ ਵੱਡਾ ਦੇਸ਼ ਜਦੋਂ ਇੱਕ ਡਿਵੈਲਪ ਕੰਟਰੀ ਹੈ ਉਹ ਭਾਰਤ ਦਾ ਨਾਮ ਲੈ ਦਿੰਦਾ। ਕਦੀ ਪਿੱਛੇ ਸਿਆਸਤ ਵੀ ਦੇਖਦੇ ਆਏ ਕਿ ਕਿਵੇਂ ਦੋ ਧਿਰਾਂ ਨੂੰ ਲੜਾਉਣ ਦੀ ਕੋਸ਼ਿਸ਼ ਹੁੰਦੀ ਆਈ ਹੈ। ਤਾਂ ਇਸ ਦੇ ਦੌਰਾਨ ਇਹ ਵੀ ਦੇਖਿਆ ਜਾ ਸਕਦਾ ਕਿ ਜ਼ਰੂਰ ਉੱਥੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇੱਕ ਜਾਂਚ ਏਜੰਸੀ ਉਹਨਾਂ ਦੀ ਆਪਣੀਆਂ ਵੀ ਹੈ। ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ, ਉਹਨਾਂ ਨੇ ਜੋ ਨਤੀਜਾ ਕੱਢਿਆ ਤਾਂ ਸਿੱਧਾ ਭਾਰਤ ਦੇ ਉੱਤੇ ਜੋ ਇਲਜ਼ਾਮ ਲੱਗੇ ਨੇ ਉਹ ਬੇਬੁਨਿਆਦ ਤਾਂ ਨਹੀਂ ਹੈ। ਉਹਨਾਂ ਦੇ ਪਿੱਛੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਸੀ, ਉਹ ਕਹਿੰਦੇ ਕਿ ਵੀ ਸਾਡੇ ਪ੍ਰਧਾਨ ਮੰਤਰੀ ਜਵਾਬ ਦੇਣਗੇ, ਪਰ ਅੱਜ ਸੰਸਦ ਦੇ ਵਿੱਚੋਂ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ। ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਵੇਲੇ ਜੋ ਪ੍ਰਧਾਨ ਮੰਤਰੀ ਹੈ ਉਹ ਖੁਦ ਅੱਗੇ ਆ ਕੇ ਇਸ ਚੀਜ਼ ਨੂੰ ਲੈ ਕੇ ਜਵਾਬ ਦੇਣ ਤੇ ਜਵਾਬ ਮੰਗਣ ਵੀ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣ ਕਿ ਤੁਹਾਡੇ ਕੋਲ ਸਬੂਤ ਕੀ ਹੈ। ਬਿਲਕੁਲ ਗੱਲ ਬਹੁਤ ਵਧੀਆ ਕਹੀ ਭੋਗਲ ਸਾਹਿਬ ਨੇ ਕਿ ਜਦੋਂ ਉਹਨਾਂ ਨੇ ਇਲਜ਼ਾਮ ਲਗਾਏ ਤਾਂ ਭਾਰਤ ਸਰਕਾਰ ਨੂੰ ਜਾਂ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਜੋ ਵੀ ਹੈ ਤੁਸੀਂ ਸਾਨੂੰ ਸਬੂਤ ਦਿਓ, ਅਸੀਂ ਉਸ ਉੱਪਰ ਅਸੀਂ ਵੀ ਆਪਣੀਆਂ ਏਜੰਸੀਆਂ ਤੋਂ ਜਾਂਚ ਕਰਵਾਵਾਂਗੇ। ਪਰ ਹਮੇਸ਼ਾ ਇਲਜ਼ਾਮ ਲੱਗਦੇ ਆਏ ਨੇ ਕਿ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ, ਏਜੰਸੀਆਂ ਦਾ ਕੰਮ ਹੁੰਦਾ ਦੇਸ਼ ਵਿਰੋਧੀ ਤਾਕਤਾਂ ਨੂੰ ਫੜਨਾ, ਪਰ ਅਕਸਰ ਇਲਜ਼ਾਮ ਲੱਗਦੇ ਆਏ ਨੇ ਕਿ ਏਜੰਸੀਆਂ ਜਿਹੜੀਆਂ ਨੇ ਸਰਕਾਰਾਂ ਦੇ ਹੱਕ ਵਿੱਚ ਕੰਮ ਕਰਦੀਆਂ ਨੇ, ਦੇਸ਼ ਦੇ ਵਿੱਚ ਸੱਤਾ ਕਿਵੇਂ ਹਥਿਆਉਣੀ ਹੈ ਉਸ ਉੱਪਰ ਕੰਮ ਜ਼ਿਆਦਾ ਕੀਤਾ ਜਾਂਦਾ। ਤੁਸੀਂ ਇਸ ਬਾਰੇ ਭੋਗਲ ਸਾਹਿਬ ਕਿਵੇਂ ਵੇਖਦੇ ਹੋ ਕਿ ਵਾਕਈ ਅਜਿਹਾ ਕੁਝ ਹੁੰਦਾ ਕਿ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜਿਹੜੀ ਸਿਆਸਤ ਹੈ ਸ਼ੈਤਾਨ ਲੋਕਾਂ ਦੀ ਖੇਡ ਹੈ ਔਰ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਪਰ ਖੇਡੀ ਜਾਂਦੀ ਹੈ। ਪਿਛਲੇ ਕਾਫੀ ਸਮੇਂ ਤੋਂ ਚਾਹੇ 84 ਦਾ ਦੌਰ ਹੋਵੇ, 93 ਦਾ ਦੌਰ ਹੋਵੇ, ਇਹ ਚੀਜ਼ਾਂ ਜਿਹੜੀਆਂ ਪੰਜਾਬ ਨੇ ਬਹੁਤ ਵੱਡੇ ਸੰਤਾਪ ਜਿਹੜੇ ਝੱਲੇ ਨੇ ਆਪਣੇ ਪਿੰਡੇ ਦੇ ਉੱਪਰ ਹੰਡਾਏ ਨੇ। ਦੁਨੀਆ ਭਰ ਦੇ ਵਿੱਚ ਜੇਕਰ ਅਜਿਹਾ ਕੋਈ ਮਸਲਾ ਹੁੰਦਾ ਤਾਂ ਪੰਜਾਬੀ ਹੀ ਉਸ ਚੀਜ਼ ਨੂੰ ਸਹਿੰਦੇ ਨੇ। ਕੀ ਲੱਗਦਾ ਕਿ ਅਜਿਹਾ ਕੁਝ ਏਜੰਸੀਆਂ ਕਰਦੀਆਂ ਨੇ ਜਿਸ ਦੇ ਨਾਲ ਸੱਤਾਧਾਰੀ ਪਾਰਟੀਆਂ ਸੱਤਾ ਹਥਿਆਉਂਦੀਆਂ ਨੇ? ਬਿਲਕੁਲ, ਏਜੰਸੀਜ਼ ਨੂੰ ਪੋਲੀਟੀਕਲ ਐਂਡਸ ਵਾਸਤੇ, ਲਾਰਜ ਬਿਜ਼ਨਸ ਇੰਟਰਸਟ ਵਾਸਤੇ ਜੀ ਬਹੁਤ ਬੇਸ਼ਰਮੀ ਨਾਲ ਯੂਜ਼ ਕੀਤਾ ਗਿਆ ਸਾਰੀ ਦੁਨੀਆ ਲੰਬੀ ਜੀ। ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ, ਮੈਂ ਥੋੜੀ ਜਿਹੀ ਗੱਲ ਕਰੂੰਗਾ ਆਸਟ੍ਰੇਲੀਆ ਦੇ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਨਾਲ ਜੀ। ਦਰਸ਼ਕਾਂ ਨੂੰ ਸ਼ਾਇਦ ਯਾਦ ਹੋਵੇ ਇਸ ਸਾਲ ਹਿਮਾਚਲ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਜੀ। ਹਿਮਾਚਲ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਸੀ। ਹਿਮਾਚਲ ਵਿਧਾਨ ਸਭਾ ਦਾ ਇੱਕ ਕੈਂਪਸ ਜਿਹੜਾ ਹੈ ਧਰਮਸ਼ਾਲਾ 'ਚ ਹੈ, ਸ਼ਿਮਲੇ 'ਚ ਵੀ ਬੈਠਦੀ ਹੈ, ਧਰਮਸ਼ਾਲਾ 'ਚ ਵੀ ਉਹਨਾਂ ਦੀ ਮੀਟਿੰਗ ਹੋਈ। ਧਰਮਸ਼ਾਲਾ ਵਾਲੀ ਉਹਨਾਂ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਮੇਨ ਗੇਟ ਦੇ ਆਲੇ ਦੁਆਲੇ ਦੀਆਂ ਦੀਵਾਰਾਂ ਦੇ ਉੱਤੇ ਇੱਕ ਰਾਤ ਜਿਹੜੇ ਹੈ ਖਾਲਿਸਤਾਨ ਦੇ ਨਾਰੇ ਲਿਖੇ ਗਏ ਜੀ। ਔਰ ਦੂਸਰੇ ਦਿਨ ਖਬਰ ਆਈ, ਅਖਬਾਰ 'ਚ ਖਬਰ ਲੱਗੀ ਕਿ ਖਾਲਿਸਤਾਨ ਪੱਖੀ ਨਾਰੇ ਲੱਗੇ ਗਏ। ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਸਿੱਖ ਦਾ ਕੋਈ ਰੋਲ ਹੈ ਨਹੀਂ, ਕਿਉਂਕਿ ਉੱਥੇ ਬਹੁਤੀ ਸਿੱਖ ਪੋਪੂਲੇਸ਼ਨ ਵੀ ਨਹੀਂ ਹੈ, ਵੋਟਰ ਵੀ ਨਹੀਂ ਹੈ। ਔਰ ਵਿਧਾਨ ਸਭਾ ਵਰਗੀ ਬਿਲਡਿੰਗ ਜਿਹਦੀ 24 ਘੰਟੇ ਨਿਗਰਾਨੀ ਹੁੰਦੀ ਹੈ, ਉੱਥੇ ਕੌਣ ਇਸ ਤਰ੍ਹਾਂ ਆ ਕੇ ਨਾਰੇ ਲਿਖ ਸਕਦਾ ਹੈ? ਤੋ ਇਸ ਤਰ੍ਹਾਂ ਦੀ ਹਰਕਤ ਜਿਹੜੀ ਹੈਗੀ ਹੈ ਉਹ ਸਿੱਧਾ ਜਿਹੜਾ ਹੈ ਦੱਸਦੀ ਹੈ ਕਿ ਇਹ ਕੰਮ ਕਿੱਥੋਂ ਹੁੰਦਾ ਹੈ। ਜਿੱਥੋਂ ਤੱਕ ਸਵਾਲ ਹੈ ਕਿ ਇੰਟੈਲੀਜੈਂਸ ਏਜੰਸੀਜ਼ ਨੂੰ ਰਾਜਨੀਤਿਕ ਕੰਮਾਂ ਲਈ ਯੂਜ਼ ਕਰਨਾ
ਉਹਦੀ ਸਾਰੀ ਦੁਨੀਆ 'ਚ ਸਾਨੂੰ ਹਿਸਟਰੀ ਮਿਲਦੀ। CIA ਜਿਹੜੀ ਅਮਰੀਕਾ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਹੈ, ਉਸ ਦੀ ਬਹੁਤ ਵੱਡੀ ਹਿਸਟਰੀ ਸਾਡੇ ਕੋਲ ਜਿਹੜੀ ਹੈ ਮਿਲਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਫਿਊਡਲ ਕਾਸਟਰੋ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਕਿਸ ਤਰ੍ਹਾਂ ਚਿਲੀ ਦੇ ਰਾਸ਼ਟਰਪਤੀ ਸਾਲਵਾਡੋਰ ਅਲੈਂਡੀ ਦੇ ਖਿਲਾਫ ਜਿਹੜੀ ਹੈ ਉਹ ਬਗਾਵਤ ਕਰਵਾਈ ਔਰ ਉੱਥੇ ਆਪਣੀ ਮਰਜ਼ੀ ਦਾ ਜਿਹੜਾ ਹੈ ਰਾਸ਼ਟਰਪਤੀ ਪਿਨੋਸ਼ੇ ਜਿਹੜਾ ਹੈ ਥਾਪਿਆ ਗਿਆ। ਇਸੇ ਤਰ੍ਹਾਂ ਮੋਸਾਦ ਜਿਹੜੀ ਇਸਰਾਈਲ ਦੀ, ਉਹ ਕਿਸ ਤਰ੍ਹਾਂ ਯੂਜ਼ ਹੁੰਦੀ ਹੈ, ਪਾਕਿਸਤਾਨ ਦੀ ISI ਪਾਕਿਸਤਾਨ ਦੇ ਅੰਦਰੂਨੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਯੂਜ਼ ਹੁੰਦੀ ਹੈ, ਔਰ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਵੀ ਜਿਹੜੀਆਂ ਹੈਗੀਆਂ ਕਾਇਰ ਅਸੀਂ ਦੇਖਦੇ ਹਾਂ ਕਿ ਸਾਡੀ ਜਿਹੜੀ ਘੱਟੋ ਘੱਟ ਪੰਜਾਬ ਦੀ ਜਿਹੜੀ CID ਹੈ, ਉਹਦਾ ਕੰਮ ਹੀ ਮੇਨ ਇਹ ਹੁੰਦਾ ਇਲੈਕਸ਼ਨ ਦੇ ਨੇੜੇ ਆ ਕੇ ਉਹ ਸਰਵੇ ਕਰਦੇ ਆ, ਉਸ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ, ਹਾਲਾਂਕਿ ਉਹਨਾਂ ਦਾ ਕੰਮ ਨਹੀਂ ਹੈ। ਸੋ ਇਹ ਸਾਰੀ ਦੁਨੀਆ ਦੇ ਵਿੱਚ ਟ੍ਰੈਂਡ ਹੈ। ਉਹਦੇ ਲਈ ਮੈਂ ਇਕੱਲਾ ਇੰਡੀਅਨ ਇੰਟੈਲੀਜੈਂਸ ਨੂੰ ਜਾਂ ਇੰਡੀਅਨ ਗਵਰਨਮੈਂਟ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਸਤੇਮਾਲ ਜਿਹੜਾ ਇਹਨਾਂ ਏਜੰਸੀਜ਼ ਦਾ ਕੀਤਾ ਜਾਂਦਾ ਰਿਹਾ। ਲੇਕਿਨ ਫਰਕ ਸਿਰਫ ਇੰਨਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਨੂੰ ਬਹੁਤ ਡਿਸਕ੍ਰੀਟਲੀ ਕੀਤਾ ਗਿਆ ਔਰ ਇਹਨਾਂ ਕੋਸ਼ਿਸ਼ ਕੀਤੀ ਜਾਂਦੀ ਕਿ ਨੈਸ਼ਨਲ ਇੰਟਰਸਟ ਜਿਹੜਾ ਉਹ ਹਾਰ ਨਾ ਹੋਵੇ। ਲੇਕਿਨ ਸਾਡੇ ਵਰਗੇ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈ, ਪਾਕਿਸਤਾਨ ਔਰ ਇੰਡੀਆ ਵਰਗੇ, ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਪੋਲੀਟੀਸ਼ੀਅਨ ਸਾਰੀਆਂ ਹੱਦਾਂ ਟੱਪ ਜਾਂਦੇ ਆ, ਆਪਣੀ ਸੱਤਾ ਬਰਕਰਾਰ ਕਰਨ ਤੇ ਰੱਖਣ ਦੇ ਲਈ ਉਹ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੇ ਇਹਨਾਂ ਏਜੰਸੀਜ਼ ਨੂੰ ਯੂਜ਼ ਕਰਨ ਵਾਸਤੇ। ਪਰ ਕੋਲ ਸਾਹਿਬ ਅਜਿਹਾ ਨਹੀਂ ਹੁੰਦਾ ਕਿ ਭਾਰਤ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ, ਧਰਮ ਦੇ ਨਾਮ ਦੇ ਉੱਪਰ ਲੋਕਾਂ ਨੂੰ ਭੜਕਾ ਕੇ, ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸਿਆਸਤਦਾਨ ਜਿਹੜੇ ਨੇ ਰੋਟੀਆਂ ਸੇਕਦੇ ਨੇ। ਜਿਵੇਂ ਬਰਗਾੜੀ ਕਾਂਡ ਲਗਾ ਲਓ, ਬਰਗਾੜੀ ਕਾਂਡ ਚ ਹੋਇਆ, ਹੋਰ ਵੀ ਰਾਮ ਮੰਦਿਰ ਦੀ ਗੱਲ ਕਰ ਲਓ, ਇਹ ਜਿਹੜੀ ਸਿਆਸਤ ਹੈ ਧਰਮ ਦੇ ਆਲੇ ਦੁਆਲੇ ਘੁੰਮਦੀ ਹੈ। ਇੰਡੀਆ ਦੇ ਵਿੱਚ ਜ਼ਿਆਦਾ ਮਲਟੀ ਕਲਚਰਲ ਸੁਸਾਇਟੀ ਹੈ ਇੰਡੀਆ, ਮਲਟੀ ਐਥਨਿਕ ਔਰ ਮਲਟੀ ਕਲਚਰਲ ਸੁਸਾਇਟੀ ਹੈ। ਇੱਥੇ ਰਿਲੀਜਨ ਇੱਕ ਫਾਲਟ ਲਾਈਨ ਦੇ ਤੌਰ ਤੇ ਹੈ, ਲੇਕਿਨ ਜਿੰਨੀ ਦੇਰ ਤੱਕ ਸਾਡੇ ਦੇਸ਼ ਦੇ ਵਿੱਚ ਸੈਕੂਲਰ ਜਿਹੜਾ ਵੈਲਿਊ ਸਿਸਟਮ ਇੰਟੈਕਟ ਰਿਹਾ, ਉਨੀ ਦੇਰ ਤੱਕ ਹੋ ਜਾਂਦੀ ਸੀ ਪ੍ਰੋਬਲਮ। ਕਈ ਵਾਰੀ ਦੰਗੇ ਵੀ ਹੋਏ, ਇਸ ਕਾਰਡ ਨੂੰ ਖੇਲਿਆ, ਕਾਂਗਰਸ ਨੇ ਵੀ ਖੇਲਿਆ। ਜਿਹੜੇ 1985 ਚ ਇਲੈਕਸ਼ਨ ਹੋਏ ਸੀ, ਜਦੋਂ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਇਲੈਕਟ ਹੋਏ, ਉਦੋਂ ਕਾਂਗਰਸ ਨੇ ਕਿਸ ਹੱਦ ਤੱਕ ਨਹੀਂ ਐਂਟੀ ਸਿੱਖ ਪ੍ਰੋਪੇਗੈਂਡਾ ਜਿਹੜਾ ਕੀਤਾ। ਇੱਥੋਂ ਤੱਕ ਪੋਸਟਰ ਲਗਾਏ ਗਏ ਕਿ ਜਿਹੜਾ ਦੇਸ਼ ਦਾ ਬਾਰਡਰ ਹੈ ਉਹ ਦਿੱਲੀ ਤੱਕ ਆ ਜਾਏਗਾ। ਸੋ ਪੋਲੀਟੀਕਲ ਪਾਰਟੀਆਂ ਇਸ ਤਰ੍ਹਾਂ ਦੀ ਟੈਂਪਟੇਸ਼ਨ ਅਕਸਰ ਆਉਂਦੀਆਂ, ਸਾਡੇ ਦੇਸ਼ 'ਚ ਅਕਸਰ ਆਉਂਦੀਆਂ। ਲੇਕਿਨ ਅਨਫੋਰਚੂਨੇਟਲੀ ਜਿਹੜੀ ਮੌਜੂਦਾ ਸਾਡੀ ਸੱਤਾਧਾਰੀ ਦਲ ਹੈ, ਜਿਹੜੀ ਉਸ ਦੇ ਪਿੱਛੇ ਦਿਮਾਗ ਕੰਮ ਕਰਦਾ, RSS ਜਿਹੜੀ ਹੈ, ਉਸ ਦੀ ਤਾਂ ਸਾਰੀ ਦੀ ਸਾਰੀ ਸਿਆਸਤ ਹੀ ਕਮਿਊਨਲ ਨੈਸ਼ਨਲਿਜ਼ਮ ਦੇ ਉੱਤੇ ਜਿਹੜੀ ਹੈ ਉਸ ਨੂੰ ਚੱਲਦੀ ਹੈ। ਹਿੰਦੂਤਵ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਹਿੰਦੂਤਵ ਜਿਹੜਾ ਹੈ ਉਹਦੇ 'ਚ ਪੋਜ਼ਿਟਿਵਿਟੀ ਘੱਟ ਹੈ ਕਿ ਹਿੰਦੂਸ ਦੀ ਜਿਹੜੀ ਕੋਈ ਪੋਜ਼ਿਟਿਵ ਗੱਲ ਕੀਤੀ ਜਾਵੇ। ਨੈਗੇਟਿਵ ਸੈਂਟੀਮੈਂਟ ਦੇ ਉੱਤੇ ਜਿਹੜਾ ਹੈ ਉਸ ਨੂੰ ਜਿਹੜਾ ਬਣਾਇਆ ਜਾਂਦਾ ਹੈ, ਹੇਟਡ ਦੂਸਰੇ ਦੇ ਖਿਲਾਫ ਕਰਕੇ ਉਸ ਨੂੰ ਕੀਤਾ ਜਾਂਦਾ ਹੈ। ਸੋ ਟੈਂਪਟਡ ਜਾਂ ਉਸ ਲਾਲਚ ਆਣਾ ਜਾਂ ਉਸ ਬ੍ਰਿਗ ਤ੍ਰਿਸ਼ਨਾ ਦੇ ਸ਼ਿਕਾਰ ਬਣ ਜਾਣਾ ਸਾਡੇ ਦੇਸ਼ ਦੇ ਵਿੱਚ ਸਿਆਸਤ ਹੁੰਦੀ ਰਹੀ ਹੈ। ਸੋ ਹੁਣ ਲੇਕਿਨ ਜ਼ਿਆਦਾ ਹੋ ਰਹੀ ਹੈ ਔਰ ਲਗਾਤਾਰ ਹੋ ਰਹੀ ਹੈ, ਔਰ ਡਰ ਇਹ ਹੈ ਕਿ ਇੰਨੀ ਜ਼ਿਆਦਾ ਜਿਹੜੀ ਇਹ ਹੋ ਰਹੀ ਹੈ ਕਿਤੇ ਕੋਈ ਜਿਹੜੇ ਫਾਲਟ ਲਾਈਨਸ ਹੈ ਉਹ ਕੋਈ ਜ਼ਿਆਦਾ ਕਰੈਕ ਵੱਡਾ ਨਾ ਹੋ ਜਾਵੇ, ਜਿਹੜਾ ਫਿਰ ਮੈਨੇਜ ਕਰਨਾ ਮੁਸ਼ਕਿਲ ਹੋ ਜਾਏ। ਲੇਕਿਨ ਮੈਨੂੰ ਉਮੀਦ ਹੈ, ਮੈਂ ਕਾਫੀ ਸਾਲਾਂ ਤੋਂ ਦੇਸ਼ ਦੀ ਰਾਜਨੀਤੀ ਤੇ ਨਜ਼ਰ ਰੱਖ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਹਲੇ ਵੀ ਜਿਹੜਾ ਸੈਕੂਲਰ ਮੈਟ੍ਰਿਕਸ ਹੈ ਬਹੁਤ ਸਟਰੋਂਗ ਹੈਗਾ, ਔਰ ਇਹ ਸਾਰੀ ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਜਿਹੜਾ ਹੈ ਲੋਕ ਉਸ ਦੇ ਵਿੱਚ ਨਹੀਂ ਆਉਣਗੇ। ਅਸੀਂ ਦੇਖ ਰਹੇ ਹਾਂ ਕਿ ਹੁਣ ਸਰਕਾਰ ਦੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਦਾ ਜਿਹੜਾ ਹੈ ਉਹਨਾਂ ਹਲਕਿਆਂ, ਉਹਨਾਂ ਰਾਜਾਂ 'ਚ ਵੀ ਵਿਰੋਧ ਹੋਣ ਲੱਗ ਗਿਆ ਜਿੱਥੋਂ ਪਹਿਲਾਂ ਇਹੋ ਜਿਹੀ ਆਵਾਜ਼ ਨਹੀਂ ਸੀ ਉੱਠਦੀ। ਸੋ ਇਹ ਇੱਕ ਜਿਹੜਾ ਹੈਗਾ ਇੱਕ ਜਿਹੜਾ ਆਪਟੀਮਿਸਟਿਕ ਟ੍ਰੈਂਡ ਜਿਹੜਾ ਹੈ ਸਾਨੂੰ ਨਜ਼ਰ ਆਉਂਦਾ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ। ਤਾਂ ਕੈਨੇਡਾ ਤੇ ਭਾਰਤ ਦੇ ਵਿਚਾਲੇ ਜੋ ਇਸ ਵੇਲੇ ਰਿਫਟ ਪੈਦਾ ਹੋਇਆ ਹੈ, ਉਸ ਨੂੰ ਲੈ ਕੇ ਸਵਾਲ ਬਹੁਤ ਨੇ ਤੇ ਜਵਾਬ ਹੁਣ ਸਿਰਫ ਤੇ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕਦੇ ਨੇ, ਕਿਉਂਕਿ ਜੋ ਹੁਣ ਉਹਨਾਂ ਦੇ ਭਾਰਤ ਤੇ ਇਲਜ਼ਾਮ ਲੱਗੇ ਨੇ, ਹੁਣ ਉਹ ਸਾਹਮਣੇ ਆ ਕੇ ਜਾਂ ਤਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੋਂ ਸਬੂਤ ਮੰਗ ਲੈਣ ਕਿ ਸਾਨੂੰ ਸਬੂਤ ਦਿਓ, ਤੇ ਉਸ ਨੂੰ ਲੈ ਕੇ ਇੱਕ ਅਜਿਹਾ ਬਿਆਨ ਦੇਣ ਜਿਸ ਤੋਂ ਬਾਅਦ ਇਸ ਸਾਰੇ ਰਿਫਟ ਨੂੰ ਖਤਮ ਕੀਤਾ ਜਾ ਸਕਦਾ ਹੈ। ਦੇਖਦੇ ਰਹੋ ਲੁਧਿਆਣਾ ਟਾਈਮਸ। ਧੰਨਵਾਦ।